ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਅਸੀਂ ਖਾਸ ਗੱਲਬਾਤ ਕਰਨੀ ਹੈ ਇੱਕ ਵਿਸ਼ੇ ਦੇ ਉੱਤੇ। ਪਿਛਲੇ ਦਿਨਾਂ ਦੇ ਵਿੱਚ ਇੱਕ ਗਾਇਕ ਬਹੁਤ ਚਰਚਾ ਦੇ ਵਿੱਚ ਆਇਆ, ਸਿੱਧੂ ਮੂਸੇਵਾਲਾ। ਸ਼ੁਭਦੀਪ ਸਿੰਘ ਸਿੱਧੂ, ਮਾਨਸਾ ਜ਼ਿਲ੍ਹੇ ਦਾ ਪਿੰਡ ਮੂਸੇਵਾਲ, ਉਸ ਪਿੰਡ ਦਾ ਇਹ ਗਾਇਕ ਬਹੁਤ ਸਾਰੇ ਗੱਲਾਂ ਕਰਕੇ ਕੰਟਰੋਵਰਸੀ ਦੇ ਵਿੱਚ ਰਿਹਾ। ਪੁਲਿਸ ਕੇਸ ਰੀਸੈਂਟਲੀ ਇਹਦੇ ਉੱਤੇ ਹੋਇਆ ਕਿ ਹਥਿਆਰਾਂ ਨੂੰ ਜਾਂ ਵਾਇਲੈਂਸ ਨੂੰ ਪ੍ਰਮੋਟ ਕਰਨ ਦੇ ਲਈ ਸਿੱਧੂ ਮੂਸੇਵਾਲੇ ਉੱਤੇ ਪੁਲਿਸ ਨੇ ਕੇਸ ਕੀਤਾ। ਪਹਿਲਾਂ ਵੀ ਇੱਕ ਫਾਇਰ ਕੀਤੇ ਗਏ ਉਹ ਵੀਡੀਓ ਵਾਇਰਲ ਹੋਈ, ਉਹਦੇ ਕਰਕੇ ਚਰਚਾ ਦੇ ਵਿੱਚ ਆਇਆ। ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਇਸ ਗਾਇਕ ਬਾਰੇ ਚੱਲੀਆਂ। ਅੱਜ ਅਸੀਂ ਖਾਸ ਤੌਰ 'ਤੇ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਹੈ ਕਿ ਬਹੁਤ ਸਾਰੇ ਗਾਇਕ ਪਹਿਲਾਂ ਵੀ ਹੋਏ ਆ, ਗਾਇਕਾਂ ਨੇ ਹਥਿਆਰਾਂ ਦੀ ਗੱਲ ਵੀ ਕੀਤੀ ਆ। ਇਹ ਕੀ ਮਸਲਾ ਜਿਹੜਾ ਹੈਗਾ ਇਸ ਵੇਲੇ ਕਿ ਇਹ ਗਾਇਕ ਇੰਨੀ ਚਰਚਾ ਦੇ ਵਿੱਚ ਕਿਉਂ ਆ, ਕਿਉਂ ਇਹ ਗਾਇਕ ਦੀ ਇੰਨੀ ਚਰਚਾ ਹੋ ਰਹੀ? ਕੀ ਇਹ ਸਾਰਾ ਕੁਛ ਕਿਤੇ ਨਾ ਕਿਤੇ ਮੀਡੀਆ ਦੇ ਵਿੱਚ ਪਬਲਿਸਿਟੀ ਲੈਣ ਲਈ ਹੈ? ਜਿਹੜਾ ਬੰਦਾ ਉਹਦੇ ਹੱਕ 'ਚ ਆ, ਜਿਹੜਾ ਉਹਦੇ ਵਿਰੋਧ ਦੇ ਵਿੱਚ, ਉਹਦੀ ਵੀ ਗੱਲ ਕਰ ਰਿਹਾ। 17 ਮਿਲੀਅਨ 4 ਦਿਨਾਂ ਦੇ ਵਿੱਚ ਉਹਦੇ ਗੀਤ ਦੇ ਵਿਊ ਹੋ ਜਾਂਦੇ ਆ, ਜਿੱਥੋਂ ਲੱਖਾਂ ਰੁਪਈਆ ਆ ਰਿਹਾ। ਜਿਹੜੇ ਯੂਥ ਆ ਉਹ ਪੂਰੇ ਦਾ ਪੂਰੇ ਤਰ੍ਹਾਂ ਕਹਿ ਸਕਦੇ ਹੋ ਕਿ ਇਸ ਗਾਇਕ ਦੇ ਪਿੱਛੇ ਆ, ਇਹਨੂੰ ਪਸੰਦ ਕਰਦਾ, ਇਹਦੀ ਸਪੋਰਟ ਕਰਦਾ। ਬਹੁਤ ਸਾਰੇ ਗਾਇਕਾਂ ਨੇ ਹਥਿਆਰਾਂ ਬਾਰੇ ਗਾਇਆ, ਬਹੁਤ ਸਾਰੇ ਗਾਇਕਾਂ ਨੇ ਅੱਖੜ ਸੁਭਾਅ ਰੱਖਿਆ, ਬਹੁਤ ਸਾਰੇ ਗਾਇਕਾਂ ਨੇ ਵੱਖਰੇ ਵੱਖਰੇ ਕੰਮ ਕੀਤੇ। ਪਰ ਇਹ ਸ਼ਾਇਦ ਪਹਿਲਾ ਗਾਇਕ ਸੀ ਜਿਹਨੇ ਪੱਤਰਕਾਰਾਂ ਦਾ ਨਾਂ ਲੈ ਕੇ ਸ਼ਹਿਰ ਦਾ ਸਰੀ ਦੇ ਪੱਤਰਕਾਰਾਂ ਨੂੰ ਗੀਤ ਦੇ ਵਿੱਚ ਗਾਲਾਂ ਕੱਢੀਆਂ। ਉਹਦੇ ਬਾਵਜੂਦ ਵੀ ਵਿਰੋਧ ਵੀ ਹੋਇਆ, ਸਾਰਾ ਕੁਛ ਹੋਇਆ, ਪਰ ਉਹ ਫੇਰ ਵੀ ਉਹਦੀ ਜਿਹੜੀ ਪੋਪੂਲੈਰਿਟੀ ਆ ਉਹ ਸਿਖਰ ਦੇ ਉੱਤੇ ਆ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੀ ਕਿਤੇ ਸਾਰਾ ਕੁਛ ਪੋਪੂਲੈਰਿਟੀ ਦਾ ਹਿੱਸਾ ਤਾਂ ਨਹੀਂ? ਕੀ ਇਹਨੂੰ ਜੇ ਕਸੂਰ ਲੋਕਾਂ ਦਾ ਹੈ ਜਿਹੜੇ ਸਿੱਧੂ ਮੂਸੇਵਾਲਾ ਨੂੰ ਸੁਣਦੇ ਆ? ਜੇ ਉਹ ਗੀਤ ਦੇ ਵਿੱਚ ਗਾਲ ਵੀ ਕੱਢ ਦਿੰਦਾ ਅਤੇ ਲੋਕ ਫਿਰ ਵੀ ਉਹਨੂੰ ਸੁਣਦੇ ਆ, ਕੀ ਇਹਦਾ ਮਤਲਬ ਲੋਕ ਉਹਨੂੰ ਸਪੋਰਟ ਕਰਦੇ ਆ ਅਤੇ ਜਿਹੜੇ ਸਿੱਧੂ ਮੂਸੇਵਾਲੇ ਦਾ ਵਿਰੋਧ ਕਰਨ ਵਾਲੇ ਆ ਲੋਕ ਉਹਨਾਂ ਦਾ ਵਿਰੋਧ ਕਰਦੇ ਆ? ਬੜਾ ਵੱਡਾ ਇੱਕ ਮਸਲਾ ਆ। ਦੂਜੀ ਗੱਲ ਇਹਦੇ ਬਾਰੇ ਇਹ ਕਹੀ ਜਾਂਦੀ ਆ ਕਿ ਔਰ ਇਹ ਬਹੁਤ ਤੁਸੀਂ ਦੇਖੋ, ਇਸ ਗਾਇਕ ਦਾ ਜਿਹੜਾ ਉਭਾਰ ਹੁੰਦਾ ਬਹੁਤ ਥੋੜ੍ਹੇ ਜਿਹੇ ਸਮੇਂ ਦੇ ਵਿੱਚ। ਨਿੰਜੇ ਦਾ ਇੱਕ ਲਾਇਸੈਂਸ ਕਰਕੇ ਗੀਤ ਆਇਆ ਸੀ ਸ਼ਾਇਦ 4 ਸਾਲ ਪਹਿਲਾਂ, ਜਿਹਦੇ ਵਿੱਚ ਪਰਮੀਸ਼ ਵਰਮਾ ਵੀ ਸੀਗਾ। ਉਸ ਸਾਰੀ ਐਲਬਮ ਦੇ ਵਿੱਚੋਂ ਇੱਕ ਨਾਂ ਉੱਭਰ ਕੇ ਆਇਆ ਸੀ ਸ਼ੁਭਦੀਪ ਸਿੰਘ। ਕਿਸੇ ਨੂੰ ਸ਼ੁਭਦੀਪ ਸਿੱਧੂ ਦਾ ਨਾਂ ਨਹੀਂ ਸੀ ਪਤਾ। ਉਹ ਗੀਤ ਸਿੱਧੂ ਮੂਸੇਵਾਲੇ ਨੇ ਲਿਖਿਆ ਸੀ, ਲਾਇਸੈਂਸ ਜਿਹੜਾ ਗੀਤ ਸੀ। ਉਹਦੇ ਤੋਂ ਬਾਅਦ ਫਿਰ ਜਿਹੜਾ ਇਹਦਾ ਇੱਕ ਗੀਤ ਆਇਆ ਗੁਰਲੇਜ਼ ਅਖਤਰ ਦੇ ਨਾਲ, ਪਹਿਲਾ ਗੀਤ, ਜਿਹਦੇ ਵਿੱਚ ਇਹਨੇ ਪਹਿਲਾ ਗੀਤ ਹੀ ਉਸ ਤਰ੍ਹਾਂ ਦਾ ਸੀ ਜਿਹਦੇ ਕਰਕੇ ਹੁਣ ਤੱਕ ਚਰਚਾ ਵਿੱਚ ਆ ਕਿ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਉਸ ਪਿੰਡ ਨੂੰ ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ। ਇੱਦਾਂ ਦੀ ਜਿਹੜੀ ਇੱਕ ਗੱਲਬਾਤ ਸੀ। ਫਿਰ ਉੱਚੀਆਂ ਨੇ ਗੱਲਾਂ, ਮਤਲਬ ਹਰ ਗੀਤ ਦੇ ਵਿੱਚ ਹਥਿਆਰਾਂ ਦੀ ਗੱਲ ਆ, ਹਥਿਆਰਾਂ ਤੋਂ ਗੱਲ ਗਾਲਾਂ 'ਤੇ ਚਲੇ ਜਾਂਦੀ ਆ। ਇਹ ਸਾਰੇ ਕੁਛ ਦੇ ਬਾਵਜੂਦ ਉਹਦੀ ਪੋਪੂਲੈਰਿਟੀ ਸਿਖਰ 'ਤੇ ਆ। ਇਹ ਨਾਲ ਇਹਦੀ ਗੱਲ ਤੁਹਾਨੂੰ ਕਰਨੀ ਪਊਗੀ। ਹੁਣ ਪਸੰਦ ਕਰਦੇ ਆ ਲੋਕ ਜਾਂ ਨਹੀਂ ਪਸੰਦ ਕਰਦੇ, ਇਹ ਇੱਕ ਵੱਖਰੀ ਗੱਲ ਆ। ਹੁਣ ਸਿੱਧੂ ਮੂਸੇਵਾਲੇ ਦਾ ਜਿਹੜਾ ਲੌਜਿਕ ਆ, ਉਹ ਕਹਿੰਦਾ ਮੈਂ ਕੋਈ ਨੰਗੇਜ਼ ਨਹੀਂ ਦਿਖਾਇਆ ਕਦੇ ਕਿਸੇ ਗਾਣੇ ਦੇ ਵਿੱਚ, ਮੈਂ ਕਦੇ ਨਸ਼ੇ ਦੀ ਗੱਲ ਨਹੀਂ ਕੀਤੀ, ਮੈਂ ਕਿਸੇ ਨਸ਼ੇ ਨੂੰ ਪ੍ਰਮੋਟ ਨਹੀਂ ਕੀਤਾ। ਵੀ ਜੇ ਮੈਂ 3 ਗੱਲਾਂ ਮਾੜੀਆਂ, ਜਿਹੜੀਆਂ 3 ਗੱਲਾਂ ਮੈਂ ਮਾੜੀਆਂ ਛੱਡੀਆਂ, ਜੇ ਇੱਕ ਕਰਦਾ ਤਾਂ ਹੌਲੀ ਹੌਲੀ ਮੈਂ ਇਹ ਵੀ ਛੱਡ ਦੂੰਗਾ। ਦੂਜੇ ਪਾਸੇ ਉਹਦੇ ਜਿਹੜੇ ਗੀਤ ਆ ਉਹ ਪ੍ਰਵੋਕ ਕਰਦੇ ਆ ਯੂਥ ਨੂੰ। ਉਹ ਇੱਕ ਸਟੂਡੈਂਟ ਦੇ ਤੌਰ 'ਤੇ ਪਹਿਲਾਂ ਇੱਥੇ ਕੈਨੇਡਾ ਦੇ ਵਿੱਚ ਆਇਆ, ਇੰਜੀਨੀਅਰਿੰਗ ਕਾਲਜ ਲੁਧਿਆਣੇ ਦੇ ਵਿੱਚ ਪੜ੍ਹਦਾ ਸੀ। ਇੱਥੇ ਆ ਕੇ ਪੱਕਾ ਹੋਇਆ। ਪੱਕਾ ਹੋਣ ਤੋਂ ਬਾਅਦ ਉਹਦਾ ਜਿਹੜਾ ਇਹ ਸਾਰਾ ਆ ਇੱਥੇ ਤੱਕ ਪਹੁੰਚ ਜਾਂਦਾ ਅਤੇ ਉਹ ਇੰਨੀ ਜ਼ਿਆਦਾ ਕੰਟਰੋਵਰਸੀ ਦੇ ਵਿੱਚ ਆ ਜਾਂਦਾ। ਹੁਣ ਇਹ ਸਿੱਧੂ ਮੂਸੇਵਾਲਾ ਕੋਈ ਵੱਖਰਾ ਗਾਇਕ ਆ? ਬਾਕੀ ਜਿਹੜੇ ਕੁਲਦੀਪ ਮਾਣਕ, ਮੁਹੰਮਦ ਸਦੀਕ, ਉਹਦੇ ਤੋਂ ਪਹਿਲਾਂ ਕਿੰਨੇ ਗਾਇਕ ਹੋ ਚੁੱਕੇ ਆ। ਕੀ ਇਹ ਉਸੇ ਕਲਚਰ ਨੂੰ ਅੱਗੇ ਲੈ ਕੇ ਆ ਰਿਹਾ? ਜਦੋਂ ਪੀਲੂ ਮਿਰਜ਼ੇ ਦੇ ਵਿੱਚ ਕਹਿੰਦਾ ਕਿ ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਅਤੇ ਮੈਂ ਇੱਥੋਂ ਡਰੇ ਖੁਦਾ, ਇਹ ਕੀ ਉਸੇ ਚੀਜ਼ ਦੀ ਐਕਸਟੈਂਸ਼ਨ ਆ ਸਿੱਧੂ ਮੂਸੇਵਾਲਾ ਅੱਜ ਦੇ ਮਾਡਰਨ ਸਮੇਂ ਦੇ ਵਿੱਚ? ਕੀ ਇਹਦਾ ਸਾਰੇ ਵਿਰੋਧ ਕਰਨ ਵਾਲੇ ਜਵਾਨੀ ਦੀ ਉਮਰ ਤੋਂ ਲੰਘ ਚੁੱਕੇ ਆ? ਜਿਹੜਾ ਨੌਜਵਾਨ ਵਰਗ ਆ, ਜਿਹੜਾ ਖਾਸ ਕਰ ਕੈਨੇਡਾ ਦੇ ਵਿੱਚ ਰਹਿ ਰਿਹਾ, ਇੱਕ ਸਟੂਡੈਂਟ ਵਰਗ ਆ, ਜਿਨ੍ਹਾਂ ਦੇ ਵਿੱਚੋਂ ਇਹ ਆਇਆ, ਇਹ ਉਹਨੂੰ ਉਸ ਨਜ਼ਰ ਦੇ ਨਾਲ ਦੇਖ ਰਿਹਾ ਕਿ ਪੱਕਾ ਹੋ ਕੇ ਉਹਨੇ ਇੱਥੇ ਤੱਕ ਪਹੁੰਚ ਗਿਆ। ਕੀ ਇਹ ਮਿਊਜ਼ਿਕ ਇੰਡਸਟਰੀ ਦੀ ਜੈਲਸੀ ਆ ਉਹਦੇ ਨਾਲ ਕਿ ਉਹਨੇ ਸਾਰੇ ਵਿਹਲੇ ਕਰ ਦਿੱਤੇ ਕਿ 1-2 ਗਾਇਕਾਂ ਦੇ ਵਿੱਚ ਹੀ ਉਹ ਚੱਲੀ ਜਾ ਰਿਹਾ? ਜਾਂ ਇਸ ਵੇਲੇ ਸਿੱਧੂ ਮੂਸੇਵਾਲਾ ਚੜ੍ਹਤ ਤੋਂ ਥੱਲੇ ਵੱਲ ਨੂੰ ਜਾ ਰਿਹਾ, ਜਦੋਂ ਇਹਨੇ ਮੀਡੀਆ ਦੇ ਨਾਲ ਜਾਂ ਪੱਤਰਕਾਰਾਂ ਨੂੰ ਖਾਸ ਤੌਰ 'ਤੇ ਮੈਂ ਫੇਰ ਕਹਿੰਦਾ ਕਿ ਗਾਲਾਂ ਕੱਢੀਆਂ ਆਪਣੇ ਗੀਤਾਂ ਦੇ ਵਿੱਚ, ਉਹਦੇ ਤੋਂ ਬਾਅਦ ਇਹਦਾ ਪਤਨ, ਇਹਦਾ ਡਿਕਲਾਈਨ, ਇਹਦੀ ਪੋਪੂਲੈਰਿਟੀ ਦਾ ਜਿਹੜਾ ਉਹ ਤੈਅ ਆ ਆਉਣ ਵਾਲੇ ਸਮੇਂ ਦੇ ਵਿੱਚ, ਜਾਂ ਲੋਕ ਇਹਨੂੰ ਇੱਦਾਂ ਹੀ ਸਪੋਰਟ ਕਰਦੇ ਰਹਿਣਗੇ? ਇਸ ਬਹਾਨੇ ਦੇ ਨਾਲ, ਇਸ ਗਾਇਕ ਦੇ ਬਹਾਨੇ ਦੇ ਨਾਲ ਕਿਹੜੀ ਗਾਇਕੀ ਚਾਹੀਦੀ ਆ? ਕਿ ਯੂਥ ਨੂੰ ਪਸੰਦ ਆਉਣ ਵਾਲੀ ਗਾਇਕੀ ਜਿਹੜੀ
ਵਿਆਹ ਵਾਲੀ, ਆਸ਼ਕ ਮਸ਼ੂਕ ਵਾਲੀ, ਲੜਾਈ ਵਾਲੀ, ਹਥਿਆਰਾਂ ਵਾਲੀ, ਉਹ ਸਦਾ ਹੀ ਰਹੀ ਹੈ ਜਾਂ ਹੁਣ ਕੋਈ ਖਾਸ ਨਵੀਂ ਆਈ ਹੈ? ਇਹਦੇ ਬਾਰੇ ਅੱਜ ਗੱਲਬਾਤ ਕਰਨ ਦੇ ਲਈ ਅਸੀਂ ਦੋ ਸ਼ਖਸੀਅਤਾਂ ਦੇ ਨਾਲ ਇੱਥੇ ਗੱਲਬਾਤ ਕਰ ਰਹੇ ਹਾਂ। ਸਰਦਾਰ ਹਰਦੀਪ ਸਿੰਘ ਸਹੋਤਾ ਜਿਹੜੇ ਰਾਇਲ ਅਕੈਡਮੀ ਆਫ ਭੰਗੜਾ ਸਰੀ ਦੇ ਸੰਚਾਲਕ ਨੇ, ਤੇ ਸਰਦਾਰ ਸਰਜਿੰਦਰ ਸਿੰਘ ਦੂੜਾ ਜਿਹੜੇ ਸੋਸ਼ਲ ਐਕਟਿਵਿਸਟ ਨੇ, ਬਹੁਤ ਪੁਰਾਣੀ ਮੀਡੀਆ ਦੀ ਇੱਕ ਸ਼ਖਸੀਅਤ ਆ। ਉਹਨਾਂ ਦੇ ਨਾਲ ਅਸੀਂ ਅੱਜ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਦੇ ਹਾਂ। ਤੁਹਾਡਾ ਕੀ ਵਿਚਾਰ ਹੈ ਇਹਦੇ ਉੱਤੇ? ਤੁਸੀਂ ਫੇਸਬੁੱਕ ਦੇ ਉੱਤੇ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ, ਅਸੀਂ ਉਹ ਵੀ ਵਿੱਚ ਪ੍ਰੋਗਰਾਮ ਦੇ ਸ਼ਾਮਲ ਕਰਦੇ ਹਾਂ। ਸਰਦਾਰ ਹਰਦੀਪ ਸਿੰਘ ਸਹੋਤਾ ਜੀ, ਤੁਸੀਂ ਕੀ ਸੋਚਦੇ ਆ ਇਹਦੇ ਬਾਰੇ ਕਿ ਇਹ ਕੋਈ ਵੱਖਰਾ ਗਾਇਕ ਆ ਪਹਿਲਿਆਂ ਨਾਲੋਂ ਜਾਂ ਇਹ ਬਾਕੀਆਂ ਵਰਗਾ ਹੀ ਆ? ਸਭ ਤੋਂ ਪਹਿਲਾਂ ਭਾਈ ਸਤਿ ਸ਼੍ਰੀ ਅਕਾਲ ਚੈਨਲ ਪੰਜਾਬੀ ਸੁਣਨ ਵਾਲਿਆਂ ਨੂੰ। ਤੇ ਮੇਰੇ ਅਕੋਰਡਿੰਗਲੀ ਕੋਈ ਬਾਹਲਾ ਵੱਖਰਾ ਨਹੀਂਗਾ, ਸਿਰਫ ਫਰਕ ਇੰਨਾ ਕਿ ਉਹ ਇੱਕ ਨੈਗੇਟਿਵਿਟੀ ਨੂੰ ਪੋਜ਼ੀਟਿਵਿਟੀ ਦੇ ਨਾਲ ਪ੍ਰਮੋਟ ਕਰਦਾ ਪਿਆ ਆ। ਸੋ ਇਸ ਤੋਂ ਪਹਿਲਾਂ ਵੀ ਬੜੇ ਸਿੰਗਰਾਂ ਨੇ ਗਾਣੇ ਗਾਏ ਨੇ, ਹੋ ਸਕਦਾ ਇਸ ਤੋਂ ਜ਼ਿਆਦਾ ਪੁੱਠੇ ਵੀ ਗਾਏ ਹੋਣ, ਹੋ ਸਕਦਾ ਨਸ਼ੇ ਵੀ ਪ੍ਰਮੋਟ ਕੀਤੇ ਹੁਣ ਗਾਣੇ, ਜਦ ਕਿ ਕੀਤੇ ਵੀ ਹੋਏ ਨੇ ਕਈ ਗਾਣਿਆਂ ਦੇ ਵਿੱਚ ਤਾਂ। ਸੋ ਇੱਕ ਕੋਈ ਵੀ ਸੈਂਸਰ ਬੋਰਡ ਹੈ ਨਹੀਂ ਲਿਖਣ ਦੇ ਉੱਤੇ, ਹੈ ਨਾ। ਕੋਈ ਵੀ ਬੰਦਾ ਉੱਠਦਾ ਪੈਨ ਚੱਕ ਦਾ ਗਾਣਾ ਲਿਖ ਦਿੰਦਾ, ਰਾਈਟ। ਹੁਣ ਉਹ ਗਾਉਂਦਾ ਆ, ਗਾਈ ਜਾਂਦਾ, ਲੋਕੀ ਸੁਣੀ ਜਾਂਦੇ ਆ। ਸੋ ਉਹ ਜਿਹੜੀ ਆਪਣੀ ਨੈਗੇਟਿਵਿਟੀ ਜਿਹੜੀ ਗਾਣਿਆਂ ਦੇ ਵਿੱਚ ਉਹਨੂੰ ਪੋਜ਼ੀਟਿਵ ਤਰੀਕੇ ਪ੍ਰੈਜ਼ੈਂਟ ਕਰੀ ਜਾਂਦਾ। ਤੁਸੀਂ ਇੱਥੇ ਚਲੋ ਹੁਣ ਅੱਜ ਦੇ ਮਾਹੌਲ 'ਚ ਵਿਆਹ ਸ਼ਾਦੀਆਂ ਰੁਕ ਗਈਆਂ ਨੇ। ਸੋ ਜੇ ਇਹੀ ਵਿਆਹ ਸ਼ਾਦੀਆਂ ਹੁੰਦੀਆਂ ਰਾਈਟ ਨਾਓ, ਡੀਜੇ ਵਾਲਿਆਂ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਗਾਣੇ ਚੱਲਦੇ ਹੋਣੇ ਸੀ, ਉੱਥੇ ਸਾਡੇ ਹੀ ਪਰਿਵਾਰ ਦੇ ਮੈਂਬਰਾਂ ਨੇ ਨੱਚਣਾ ਸੀ। ਸੋ ਜਿਹੜੇ ਬੰਦੂਕਾਂ ਵਾਲੇ ਗਾਣੇ ਨੇ, ਗੋਲੀਆਂ ਵਾਲੇ ਗਾਣੇ ਨੇ, ਉਹ ਪਹਿਲਾਂ ਵੀ ਆਏ ਨੇ। ਸਿਰਫ ਫਰਕ ਇੰਨਾ ਕਿ ਜਿਵੇਂ ਸਮੇਂ ਦੇ ਨਾਲ ਇੱਕ ਚੇਂਜ ਆਉਂਦੀ ਆ, ਚੇਂਜ ਦੇ ਨਾਲ ਜਿਹੜਾ ਇੱਕ ਪ੍ਰੈਜ਼ੈਂਟ ਕਰਨ ਦਾ ਤਰੀਕਾ ਆਉਂਦਾ ਉਹ ਅਪਡੇਟ ਹੁੰਦਾ ਰਹਿੰਦਾ ਹੌਲੀ ਹੌਲੀ। ਉਹਨੇ ਸਿਰਫ ਉਹਨੂੰ ਹਾਈ ਫਾਈ ਕਰਕੇ ਦਿਖਾ ਦਿੱਤਾ ਵੀ ਬਸ ਕੰਮ ਇੱਦਾਂ ਹੁੰਦਾ ਆ। ਸੋ ਨਾ ਤਾਂ ਕੋਈ ਉਹ ਬਾਹਲਾ ਵਧੀਆ ਕੰਮ ਕਰ ਰਿਹਾ ਆ, ਟੂ ਬੀ ਔਨੈਸਟ, ਜੇ ਆਪਾਂ ਦੇਖੀਏ। ਪਰ ਐਂਡ ਆਫ ਦਾ ਡੇ ਉਹ ਗਾ ਵੀ ਤਾਂ ਉਹੀ ਰਿਹਾ ਜੋ ਪਹਿਲਾਂ ਵੀ ਆ ਚੁੱਕਾ। ਹਾਂ, ਜਿਹੜੀ ਸਰੀ ਦੇ ਪੱਤਰਕਾਰਾਂ ਨੂੰ ਗਾਲਾਂ ਕੱਢੀਆਂ ਨੇ, ਜਾਂ ਗਾਣੇ 'ਚ ਗਾਲਾਂ ਕੱਢਦਾ ਆ, ਟੋਟਲੀ ਆਪਾਂ ਉਹਦੇ ਅਗੇਂਸਟ। ਨਾ ਹੀ ਆਪਾਂ ਕੋਈ ਇਹੋ ਜਿਹਾ ਗਾਲਾਂ ਵਾਲਾ ਗਾਣਾ ਕਦੀ ਵੀ ਯੂਜ਼ ਕੀਤਾ ਹੋਵੇ, ਨਾ ਹੀ ਕਦੀ ਸੋਚਿਆ ਹੋਵੇ ਵੀ ਹਾਂ ਅਸੀਂ ਇਸ ਚੀਜ਼ ਉੱਤੇ ਕੋਈ ਕੰਮ ਕਰੀਏ। ਸੋ ਆਈ ਵੁੱਡ ਸੇ ਕਿ ਉਹ ਨੈਗੇਟਿਵ ਚੀਜ਼ ਨੂੰ ਇੱਕ ਪੋਜ਼ੀਟਿਵਿਟੀ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰਦਾ ਪਿਆ। ਤੁਸੀਂ ਅਕੈਡਮੀ ਦੇ ਵਿੱਚ ਜਾਂ ਬੱਚਿਆਂ ਦੇ ਵਿੱਚ ਉਹ ਪੋਪੂਲਰ ਹੈਗਾ ਤੁਹਾਡਾ, ਕਿਉਂਕਿ ਬਾਹਰ ਯੂਥ ਨਾਲ ਸਿੱਧਾ ਪੈਂਦਾ ਆ, ਉਹ ਇਹਨੂੰ ਸਿੱਧੂ ਮੂਸੇਵਾਲੇ ਨੂੰ ਕਿੱਦਾਂ ਦੇਖਦੇ ਆ? ਭਾਜੀ ਮੈਂ ਟੂ ਬੀ ਔਨੈਸਟ ਸੱਚ ਬੋਲੂੰਗਾ, ਸਾਡੇ ਕੋਲੇ ਕਈ ਨਿਆਣੇ ਇੱਦਾਂ ਦੇ ਆਉਂਦੇ ਨੇ, ਤੁਸੀਂ ਉਹਨਾਂ ਨੂੰ ਕੋਈ ਵੀ ਗਾਣਾ ਕਹਿ ਦਿਓ ਸਿੱਧੂ ਮੂਸੇਵਾਲਾ ਦਾ, ਉਹਨਾਂ ਨੂੰ ਮੂੰਹ ਜ਼ਬਾਨੀ ਯਾਦ ਹੋਊਗਾ। ਇਕੱਲੇ ਇਹ ਸਾਡੇ ਅਕੈਡਮੀ ਦੇ ਜਵਾਕ ਦੀ ਗੱਲ ਨਹੀਂ ਆਪਾਂ ਕਰਦੇ, ਈਵਨ ਕਿ ਨਾਰਮਲ ਪਬਲਿਕ ਸਕੂਲਾਂ ਦੇ ਵਿੱਚ ਵੀ ਜਾਓਗੇ ਨਾ, ਉਹਨਾਂ ਨੂੰ ਯਾਦ ਹੋਊਗਾ। ਹੁਣ ਤੋਂ 3-4 ਸਾਲ ਪਹਿਲਾਂ ਇਹਦਾ ਗਾਣਾ ਆਇਆ ਸੀ, ਕੋਈ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਠੀਕ ਹੈ ਜੀ। ਉਹ ਗਾਣਾ ਹਰੇਕ ਕੁੜੀ ਮੁੰਡੇ ਦੀ ਮੂੰਹ ਜ਼ਬਾਨੀ ਆ, ਤੁਸੀਂ ਕਿੱਦਾਂ ਕੰਟਰੋਲ ਕਰ ਲਓਗੇ? ਕਿਉਂਕਿ ਇਹਦੇ ਉੱਤੇ ਕੋਈ ਸੈਂਸਰ ਨਿਗਾ, ਕੋਈ ਉਹ ਨਿਗਾ। ਹੁਣ ਆਪਾਂ ਹਥਿਆਰਾਂ ਦੀ ਗੱਲ ਕਰਦੇ ਹਾਂ, ਹਥਿਆਰ ਤਾਂ ਇੱਥੇ ਆਪਣੇ ਇੱਕ ਲੋਕਲ ਸਿੰਗਰ ਮੁੰਡਾ ਵੀ ਹੈਗਾ ਜਿਹਨੇ ਕੋਈ ਵੀ ਇਹੋ ਜਿਹਾ ਹਥਿਆਰ ਛੱਡਿਆ ਨਹੀਂ ਜਿਹੜਾ ਗਾਣੇ 'ਚ ਨਾ ਯੂਜ਼ ਕੀਤਾ ਹੋਵੇ, ਟੈਂਕ ਤੱਕ ਦਿਖਾ ਦਿੱਤੇ। ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਜੀ ਉਹ ਬਹੁਤ ਜ਼ਿਆਦਾ ਵੱਖਰਾ ਆ, ਉਹ ਹੈਗਾ ਲੋਕਾਂ ਵਾਂਗੂ ਹੀ ਆ, ਸਿਰਫ ਉਹਦਾ ਪ੍ਰੈਜ਼ੈਂਟ ਕਰਨ ਦਾ ਤਰੀਕਾ ਬਹੁਤ ਹਾਈ ਫਾਈ ਤੇ ਅਪਡੇਟਡ ਆ। ਜਿਹੜਾ ਗਾਣੇ 'ਚ ਮਿਊਜ਼ਿਕ ਯੂਜ਼ ਹੁੰਦਾ ਉਹ ਟੋਟਲੀ ਜਿਹੜਾ ਆਪਣਾ ਰੈਪ ਮਿਊਜ਼ਿਕ ਗੋਰਿਆਂ ਦਾ ਹੁੰਦਾ, ਜਾਂ ਜਿਵੇਂ ਕਹਿ ਲਓ ਇਲੈਕਟ੍ਰੋ ਮਿਊਜ਼ਿਕ ਆ, ਉਹਦੇ ਵਿੱਚੋਂ ਬੀਟਾਂ ਨੂੰ ਬਣਾਇਆ ਜਾਂਦਾ ਕਿ ਉਹਦੀ ਬੀਟ ਹੀ ਸਮਝ ਆ ਰਹੀ ਆ ਵੀ ਵੱਜ ਕੀ ਰਿਹਾ ਆ, ਬੰਦਾ ਉਹਦੇ ਨਾਲ ਹੀ ਇੰਜੋਏ ਕਰੀ ਜਾਂਦਾ ਹੈ। ਹਾਲੇ ਕਿ ਲਿਰਿਕਸ ਵੀ ਨਹੀਂ ਪਤਾ ਹੋਣਗੇ ਨਿਆਣਿਆਂ ਨੂੰ ਵੀ ਉਹ ਐਕਚੁਅਲ 'ਚ ਕਹਿ ਕੀ ਰਿਹਾ ਆ, ਸਿਰਫ ਉਹ ਬੀਟ ਸੁਣਦੇ ਨੇ, ਯਾਦ ਕਰ ਲੈਂਦੇ ਨੇ ਤੇ ਗਾਈ ਜਾਂਦੇ ਨੇ। ਦੂੜਾ ਸਾਹਿਬ, ਤੁਸੀਂ ਕੀ ਸੋਚਦੇ ਆ ਇਸ ਮਸਲੇ ਬਾਰੇ? ਨਵੇਂ ਕੇਸ ਦੇ ਨਾਲ ਉਹ ਫੇਰ ਚਰਚਾ ਦੇ ਵਿੱਚ ਆ ਗਿਆ। ਨਿਆਣੇ ਕਹਿੰਦੇ ਪਸੰਦ ਬਹੁਤ ਕਰਦੇ ਆ, ਪਰ ਉਹ ਮੀਡੀਆ ਨੂੰ ਗਾਲਾਂ ਕੱਢ ਜਾਂਦਾ। ਇਹ ਹੁਣ ਕੀ ਕਹੀਏ, ਮੀਡੀਆ ਗਲਤ ਆ ਜਾਂ ਨਿਆਣੇ ਗਲਤ ਆ ਆਪਣੇ? ਸਭ ਤੋਂ ਪਹਿਲਾਂ ਤਾਂ ਜੀ ਚੈਨਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਾਕੀ ਆਪਣੇ ਡਾਕਟਰ ਸਾਹਿਬ ਗੱਲ ਇਹ ਆ ਵੀ ਤੁਸੀਂ ਗੱਲ ਤਾਂ ਬਹੁਤ ਵਧੀਆ ਪੁੱਛੀ ਆ, ਪਰ ਚੱਕਰ ਇਹ ਆ ਕਿ ਹੁਣ ਕੀਤਾ ਕੀ ਜਾਵੇ। ਜਿਹੜਾ ਤਾਂ ਹੈਗਾ ਜੰਗ ਤਬਕਾ, ਉਹ ਤਾਂ ਭਾਵੇਂ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਚੱਕਮਾ ਚਾਹੀਦਾ, ਜੇ ਇਹਨਾਂ ਖੂਨ ਨੂੰ ਉਬਾਲਾ ਆਵੇ, ਤੇ ਇਹ ਤੋਂ ਵੱਧ ਉਬਾਲਾ ਕੋਈ ਹੋਰ ਦੇ ਨਹੀਂ ਸਕਦਾ। ਬਾਕੀਆਂ ਨੇ ਟਰਾਈ ਕਰਦੇ ਆ, ਉਹ ਆਪੋ ਆਪਣੇ ਥਾਂ ਤੇ ਉਹੋ ਜਿਹੇ ਜ਼ਿਆਦਾ ਸੁਣਦੇ ਆ। ਹੁਣ ਜਿਹੜਾ ਉਹ ਥੋੜ੍ਹਾ ਜਿਹਾ ਏਜਡ ਹੋ ਗਿਆ ਬੰਦਾ, ਸਾਡੇ ਵਰਗੇ ਅੱਗੇ ਲੰਘ ਗਏ ਆ, ਉਹ ਪਹਿਲਾਂ ਜਵਾਨੀ ਵੇਲੇ ਸਾਨੂੰ ਵੀ ਬਹੁਤ ਵਧੀਆ ਲੱਗਦੇ ਹੁੰਦੇ ਸੀ ਉਹੋ ਜਿਹਾ ਚੱਕਵੇਂ ਜਿਹੜੇ ਗਾਣੇ ਸੀ। ਪਰ ਜਿਉਂ-ਜਿਉਂ ਅਕਲ ਆਈ ਗਾਂਹ ਤੋਂ ਗਾਂਹ, ਦਿਮਾਗ ਥੋੜ੍ਹਾ ਜਿਹਾ ਵਿਕਸਿਤ ਹੋਇਆ, ਤਾਂ ਫੇਰ ਪਤਾ ਲੱਗਿਆ ਵੀ ਇਹ ਕੰਮ ਗਲਤ ਆ। ਇਹਨਾਂ ਦੇ ਮਤਲਬ ਹੋ ਰਿਹਾ, ਇਹਨਾਂ ਦੇ ਨਾਲ ਹੋਰ ਬੰਦੇ 'ਤੇ ਕਿੱਧਰ ਨੂੰ ਅਸਰ ਪੈਂਦਾ, ਉਹ ਸਾਰਾ ਕੁਝ ਸੋਚ ਵਿਚਾਰ ਕੇ ਹੁਣ ਅਸੀਂ ਇਹ ਗੱਲ ਨੂੰ ਨਹੀਂ ਚੰਗਾ ਸਮਝਦੇ। ਪਰ ਸਾਡੇ ਵਿੱਚ ਹਾਲੇ ਵੀ ਇੱਦਾਂ ਦੇ ਵੀ ਹੈਗੇ ਆ ਜਿਹੜੇ ਸਾਡੀ ਉਮਰ ਦੇ ਵੀ ਹੋਣ ਦੇ ਬਾਵਜੂਦ ਸਾਡੇ ਤੋਂ ਵੱਡੇ ਵੀ ਆ, ਜਿਨ੍ਹਾਂ ਨੂੰ ਹਾਲੇ ਤੱਕ ਆਈ ਨਹੀਂ ਤੇ ਨਾ ਆਉਣੀ ਆ। ਉਹਨਾਂ ਨੂੰ ਇਹੋ ਹੀ ਆ ਵੀ ਛੇਤੀ ਨਾਲ ਬਸ ਚੱਕ ਲਓ ਗਾਣਾ, ਬਹੁਤ ਵਧੀਆ ਜੀ। ਤੇ ਗੱਲ ਆ ਜੀ, ਇਹ ਹੈ ਤਾਂ ਗਲਤੀ ਆ ਜਿਹੜਾ ਗਾਲ। ਹਾਂ, ਗਾਣੇ ਗਾਵੇ, ਮਨੋਰੰਜਨ ਆ, ਜੇ ਮਨੋਰੰਜਨ ਦੇ ਬੇਸ 'ਤੇ ਗਾਉਣੇ ਤਦ ਵੀ ਆ, ਜੇ ਨਹੀਂ ਆਪਸ ਵਿੱਚ ਲੜਨਾ ਵੀ ਆ ਗਾਇਕਾਂ ਨੇ,
ਤੇ ਇਹ ਖੁੱਲੇ ਕਿਸੇ ਮੈਦਾਨ ਦੇ ਵਿੱਚ ਲੜ ਲੈਣ। ਇਹ ਕੀ ਮਤਲਬ ਆ ਗਾਣਿਆਂ ਦੇ ਵਿੱਚ ਇੱਕ ਦੂਏ ਨੂੰ ਗਾਲਾਂ ਕੱਢੀਏ, ਨਾਲ ਹੀ ਕਿਤੇ ਜਿਹੜਾ ਸੁਣਨ ਵਾਲੇ ਆ ਉਹਨਾਂ ਨੂੰ ਵੀ ਕੱਢੀ ਜਾਂਦੇ ਆ। ਉਧਰੋਂ ਜਦੋਂ ਸਟੇਜ ਤੇ ਚੜ੍ਹਦੇ ਆ ਤਾਂ ਉਦੋਂ ਠੋਕ ਕੇ ਗਾਲਾਂ ਕੱਢੇ ਹੁੰਦੇ ਆ, ਵਿੱਚੇ ਪੱਤਰਕਾਰ ਕੀ ਵਿੱਚੇ ਹੋਰ ਵੀ ਆ, ਚਾਹੇ ਕੋਈ ਪਟਵਾਰੀ ਆ ਤੇ ਚਾਹੇ ਉਹ ਪੁਲਿਸ ਵਾਲਾ ਕੋਈ ਵੀ ਆ, ਤੇ ਦੂਜੇ ਪਾਸੇ ਪੁਲਿਸ ਵਾਲਿਆਂ ਦੇ ਤਲਵੇ ਚੱਟੀ ਜਾਂਦੇ ਆਪਾਂ। ਵੀ ਫਾਇਦਾ ਕੀ ਹੋਇਆ ਬਾਅਦ ਦੇ ਵਿੱਚ? ਆਪਾਂ ਪਹਿਲਾਂ ਗਲਤ ਕਰ ਲੈਂਦੇ, ਫਿਰ ਕਦੀ ਜਾ ਕੇ ਕਿਤੇ ਮਾਫੀ ਮੰਗ ਲੈਂਦੇ, ਕਦੀ ਕਿਤੇ। ਇਹ ਇੱਕ ਹੈਗੀ ਤਾਂ ਸ਼ੋਹਰਤ ਪ੍ਰਾਪਤ, ਸਸਤੀ ਸ਼ੋਹਰਤ, ਪਰ ਉਹ ਕਰ ਕਰਕੇ ਤੁਸੀਂ ਹੁਣ ਇਸ ਮੁਕਾਮ ਤੇ ਪਹੁੰਚ ਗਏ ਆ ਵੀ ਜਿੱਥੇ ਪਹੁੰਚ ਗਏ ਹੁਣ ਉੱਥੇ ਥੋੜੇ ਜਿਹਾ ਟਿਕ ਜਾਓ। ਹੁਣ ਕੀ ਲੋੜ ਪਈ ਆ ਵੀ ਹੁਣ ਤੀਜੇ ਕੁ ਦਿਨ ਜਾ ਕੇ ਜੇ ਰੋਟੀ ਖਾਂਦੇ ਤੇ ਵੀ ਬੁਰਕੀ ਐ ਇੱਧਰ ਉੱਧਰ ਨੂੰ ਹੋ ਗਈ, ਉਹਦੇ ਤੇ ਵੀ ਤਰਜ ਬਣਾ ਕੇ ਗਾਣਾ ਗਾਤਾ। ਜੇ ਕਿਸੇ ਨੇ ਉੱਦਾਂ ਮਾੜਾ ਜਿਹਾ ਦੇਖ ਵੀ ਲਿਆ ਘੂਰ ਕੇ, ਉਹਦੇ ਤੇ ਵੀ ਤੁਸੀਂ ਗਾਲਾਂ ਕੱਢੀ ਜਾਂਦੇ ਆ ਉਹਨੂੰ। ਹੁਣ ਜੇ ਦੂਜਾ ਬੰਦਾ ਵੀ ਆ, ਜੇ ਤੁਸੀਂ ਮਸ਼ਹੂਰ ਹੋਏ ਆ, ਇਹ ਨਹੀਂ ਕਹਿੰਦੇ ਵੀ ਪਹਿਲਾਂ ਹੋਰ ਗਾਇਕਾਂ ਨੇ ਨਹੀਂ ਗਾਇਆ, ਗਾਉਂਦੇ ਵੀ ਆ ਕਈ। ਹੁਣ ਦੇਖ ਕੇ ਇਹਨੂੰ ਵੀ ਇਹਦਾ ਤਾਂ ਯਾਰ ਕੰਮ ਹੀ ਬਹੁਤ ਸੂਤ ਹੈ, ਇਹਦੇ ਵਿਊਰ ਬਹੁਤ ਆ, ਇਸ ਕਰਕੇ ਉਹ ਅਗਲੇ ਹੋਰ ਉਹ ਵੀ ਟਰਾਈਆਂ ਕਰਦੇ ਆ। ਪਰ ਹਰੇਕ ਨੇ ਕਹਿੰਦੇ ਹੁੰਦੇ ਆ ਵੀ ਤਰ ਕੇ ਸਮੁੰਦਰ ਦੂਜੇ ਪਾਸੇ ਨਹੀਂ ਨਿਕਲਣਾ ਹੁੰਦਾ, ਅੱਧੇ ਡੁੱਬ ਵੀ ਜਾਂਦੇ ਨਾਲ ਦੇ। ਤੇ ਉਹ ਟਰਾਈ ਇਹਨਾਂ ਦੀ ਜਿਹੜੀ ਇਹ ਗਲਤ ਆ ਮੇਰੇ ਬੇਸ ਤੇ, ਤਾਂ ਵੀ ਮੈਨੂੰ ਗਲਤ ਲੱਗਦੀ ਆ। ਬਾਕੀ ਮੇਰੇ ਭਰਾ ਨੂੰ ਚੰਗੀ ਲੱਗਦੀ, ਕਿਉਂਕਿ ਇਹ ਉਹਨਾਂ ਦਾ ਥੋੜਾ ਜਿਹਾ ਪ੍ਰਸ਼ੰਸਕ ਆ। ਤੇ ਇਹ ਗਲਤ ਗੱਲ ਆ ਜੀ, ਨਹੀਂ ਆਉਣਾ ਚਾਹੀਦਾ। ਹੁਣ ਗਾਣਾ ਗਾਇਆ, ਹੁਣ ਗਾਣੇ ਦੇ ਵਿੱਚ ਪਹਿਲਾਂ ਦੇਖ ਲਓ ਵੀ ਜੱਟ ਦਾ ਪੁੱਤ ਕੀ ਆ, ਸੰਜੇ ਦੱਤ ਵਾਂਗੂ ਜੋ ਵੀ ਆ ਉਹਦੀ, ਮੈਂ ਤਾਂ ਸੁਣਿਆ ਵੀ ਹੈ ਨਹੀਂ, ਥੋੜਾ ਜਿਹਾ ਐਵੇਂ ਮਾੜਾ ਜਿਹਾ ਸੁਣਨਾ ਪਿਆ, ਉਹਦੇ ਨਾਲ ਹੀ ਅਗਲੇ ਦਾ ਇੱਕ ਹੋਰ ਵੀ ਬਣ ਗਿਆ। ਮੈਂ ਕੀ ਕਰਾਂ ਹਨਾ, ਉਹ ਬੰਦੇ ਨੂੰ ਦੇਖਣਾ ਪੈਂਦਾ, ਜੇ ਦੇਖਦੇ ਨਹੀਂ ਤਾਂ ਗੱਲ ਕੀ ਕਰਾਂਗੇ। ਫਿਰ ਹੁਣ ਉਹਦੇ ਉੱਤੇ ਰਿਐਕਟ ਕੀਤਾ ਆਪਣੇ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਵੀ, ਉਹਨੇ ਵੀ ਕੱਲ ਵੀਡੀਓ ਪਾਈ ਆ ਵੀ ਆਹ ਉੱਦਾਂ ਗਾਵੇ ਜੰਮ ਕੇ ਜੋ ਵੀ ਆ, ਪਰ ਆਹ ਗਲਤ ਕੀਤਾ। ਹੁਣ ਪਹਿਲਾਂ ਇਹੋ ਹੀ AK-47 ਚਲਾਉਂਦਾ ਆ, ਇਹੋ ਹੀ ਸਾਰਾ ਕੁਝ ਕਰਨ ਦਿਆ ਆ, ਮੁੜ ਕੇ ਜਿਹੜਾ ਤੀਜੇ ਦਿਨ ਮੁੜ ਕੇ ਹੁਣ ਜਾ ਕੇ ਤਾਂ ਉਹੀ ਕਹਿਣ ਦੇ ਉਹ ਦੂਜੇ ਆਪਣੇ ਵੀ ਇਹਦਾ ਖਿਡਾਉਣਾ ਸੀਗਾ ਸਾਰਾ ਕੁਝ ਹੀ, ਇਹ ਤਾਂ ਪਚਕਾਰੀ ਵਾਲੀਆਂ ਗੰਨਾਂ ਸੀ, ਇਹ ਜੀ ਆਹ ਸੀ ਉਹ ਸੀ, ਸ਼ਰੇਆਮ ਜਾਣੀ ਕਿ ਦੂਏ ਪਾਸੇ ਤੂੰ ਝੂਠ ਬਣੀ ਜਾਂਦੇ, ਤੇ ਤੀਜੇ ਪਾਸੇ ਤੁਸੀਂ ਫੇ ਆ ਕੇ ਗਾਣਾ ਕੱਢੀ ਜਾਂਦੇ ਆ ਵੀ ਮੈਂ ਤਾਂ ਸੰਜੇ ਦੱਤ ਵਾਂਗੂ ਆਹ ਕਰ ਦੂੰ ਉਹ ਕਰ ਦੂੰ। ਮਸ਼ਹੂਰ ਆ ਆਹ ਹੀ ਕੇਸ ਮੇਰੇ ਤੇ ਆ, ਉਹ ਉਹਦੇ ਤੇ ਸੀ। ਉਹ ਸੰਜੇ ਦੱਤ ਦੇ ਵੀ ਘਰਦਿਆਂ ਨੂੰ ਪੁੱਛ ਕੇ ਤਾਂ ਦੇਖੋ, ਜਾਂ ਸੰਜੇ ਦੱਤ ਨੂੰ ਸਾਰੀ ਜਵਾਨੀ ਤਾਂ ਉਹਦੀ ਜੇਲ੍ਹਾਂ 'ਚ ਲੰਘ ਗਈ। ਇਹਨਾਂ ਨੂੰ ਥੋੜਾ ਜਿਹਾ ਉਸ ਗੱਲ ਤੇ ਆਉਣਾ ਚਾਹੀਦਾ ਵੀ ਅਸੀਂ ਕਰ ਕੀ ਰਹੇ ਹਾਂ। ਲੋਕ ਕਿਉਂ ਸੁਣਦੇ ਆ ਤੂੰ ਦੱਸ? ਲੋਕਾਂ ਦੀ ਵੀ ਆਪੋ ਆਪਣੀ ਹੁਣ ਗੱਲ ਤਾਂ ਇਹੋ ਹੀ ਆ ਜੀ। ਮੈਂ ਇੱਕ ਕੋਈ ਗੱਲ ਕਰਦਾ, ਅੱਧੇ ਮੈਨੂੰ ਗਾਲਾਂ ਕੱਢਣਗੇ, ਅੱਧੇ ਮੇਰੇ ਪ੍ਰਸ਼ੰਸਕ ਹੋਣਗੇ। ਨਹੀਂ, ਅੱਧੇ ਹੋ ਜਾਣ ਠੀਕ ਹੈ, ਜੇ ਅੱਧੇ ਵੀ ਹੋ ਜਾਣ ਤਾਂ ਠੀਕ ਹੈ, ਪਰ 4 ਦਿਨਾਂ ਦੇ ਵਿੱਚ 17 ਮਿਲੀਅਨ ਵਿਊ ਹੋ ਜਾਣੇ, ਉਹ ਵੀ ਇੱਕ ਪਾਸੇ ਮਤਲਬ ਮੈਂ ਫਿਰ ਕਹਿਣਾ ਇਹ ਕਿਤੇ ਇਦਾਂ ਤਾਂ ਨਹੀਂ ਵੀ ਜਿਹੜੇ ਆਪਣੇ ਵਰਗੇ ਉਮਰ ਤੋਂ ਅੱਗੇ ਲੰਘ ਗਏ ਆ, ਇਹ ਉਸ ਵੇਲੇ ਇਹ ਵੀ ਉਹੀ ਸੁਣਦੇ ਸੀ, ਹੁਣ ਵੀ ਯੂਥ ਨੇ ਉਹੀ ਸੁਣਨੇ ਆ। ਵੀ ਹੁਣ ਸਾਡੀ ਸਮਝ 'ਚ ਫਰਕ ਪੈ ਗਿਆ, ਗਾਇਕ ਉਹੀ ਆ, ਜਾਂ ਇਹ ਕੁਲਦੀਪ ਮਾਨਕ, ਮੁਹੰਮਦ ਸਦੀਕ ਜਾਂ ਉਹਨਾਂ ਸਾਰਿਆਂ ਨਾਲੋਂ ਵੱਖਰਾ ਗਾਇਕ? ਆਪਣੇ ਸੋਤਾ ਸਾਹਿਬ ਪਹਿਲਾਂ ਗੱਲ ਸਹੀ ਆ ਵੀ ਪਹਿਲਾਂ ਸਾਰੇ ਹੀ ਸੁਣਦੇ ਆ, ਸਾਰਿਆਂ ਦਾ ਮਤਲਬ ਇਹ ਨਹੀਂ ਕਿ ਵੀ A to Z ਆ, ਵਿੱਚ ਕਈ ਬੰਦੇ ਸ਼ਰੀਫ ਵੀ ਹੁੰਦੇ ਜਿਹੜੇ ਪਹਿਲਾਂ ਵੀ ਨਹੀਂ ਸੁਣ ਕੇ ਖੁਸ਼, ਤਾਂ ਪਰ ਉਹਨਾਂ ਨੂੰ ਸਾਡੇ ਵਰਗੇ ਹੀ ਪਹਿਲਾਂ ਮਾੜਾ ਕਹਿੰਦੇ ਹੁੰਦੇ ਆ ਵੀ ਇਹ ਸੁਣਦਾ ਨਹੀਂ, ਇਹ ਆਹ ਨਹੀਂ ਕਰਦਾ। ਪਰ ਅਖੀਰ ਜਿਉਂ-ਜਿਉਂ ਤੁਹਾਡਾ ਦਿਮਾਗ ਕੰਮ ਕਰਨ ਲੱਗ ਪੈਂਦਾ, ਕਹਿਣ ਦਾ ਮਤਲਬ ਕੰਮ ਨਹੀਂ ਕਰਦਾ, ਜਿਉਂ-ਜਿਉਂ ਤੁਹਾਡੇ ਵਿੱਚ ਮੈਚੋਰਟੀ ਆਉਂਦੀ ਰਹਿੰਦੀ ਆ, ਉਹਦੇ ਹਿਸਾਬ ਨਾਲ ਤੁਸੀਂ ਸੋਚ ਤੁਹਾਡੀ ਬਦਲਦੀ ਰਹਿੰਦੀ ਆ, ਬਦਲਦੀ ਆ ਤਾਂ ਫਿਰ ਚੰਗੇ ਪਾਸੇ ਨੂੰ ਵੀ ਬੰਦਾ ਸੋਚੂਗਾ। ਤੇ ਜਿਹੜੇ ਹੁਣ ਦੂਸਰੇ ਅੱਧੋ ਅੱਧ ਦੀ ਗੱਲ ਕਰਦੇ ਆ, ਅੱਧ ਆ ਚਾਹੇ ਗਲਤ ਆ, ਹੁਣ ਸਾਨੂੰ ਨਹੀਂ ਪਤਾ ਵੀ ਉਹ ਜਿਹੜੇ ਉਹਨਾਂ ਦੇ ਵਿਊ ਆ ਉਹ ਅਸਲੀ ਆ ਕਿ ਨਕਲੀ ਆ, ਕਿਉਂਕਿ ਅੱਜ ਕੱਲ੍ਹ ਤਾਂ ਤੁਹਾਡੇ ਕੋਲ ਵੀ ਚੱਲ ਕੇ ਮਸ਼ਹੂਰੀਆਂ ਆਉਂਦੀਆਂ ਇਹੋ ਜਿਹੀਆਂ ਵੀ ਤੁਸੀਂ ਵਿਊ ਵਧਾਉਣੇ ਤਾਂ ਗੱਲ ਕਰੋ YouTube ਤੇ। ਬਾਕੀ ਦੂਜੇ ਚਲੋ ਜੇ ਵੱਧਦੇ ਵੀ ਆ, ਵੱਧਦੇ ਤਾਂ ਇੱਦਾਂ ਹੀ ਆ, ਹੁਣ ਤੁਸੀਂ ਵੀ ਨਹੀਂ ਸੁਣਨਾ ਸੀ, ਮੈਂ ਵੀ ਨਹੀਂ ਸੁਣਨਾ ਸੀ। ਹੁਣ ਕਿਤੇ ਗੱਲ ਕਰਨ ਦੀ ਲੋੜ ਪਈ ਆ, ਅਸੀਂ ਕਿ ਪਹਿਲਾਂ ਗਾਣਾ ਤਾਂ ਸੁਣ ਲਈਏ, ਐਡ ਤਾਂ ਹੋ ਗਿਆ ਨਾ, ਅਸੀਂ ਵੀ ਉਹਨਾਂ ਦੇ ਵਿੱਚ ਹੀ। ਕਈ ਵਿੱਚ ਬੰਦੇ ਉਹ ਆ ਜਿਹੜੇ ਸੁਣਨਾ ਨਹੀਂ ਚਾਹੁੰਦੇ ਪਰ ਉਹ ਦੇਖਣਾ ਚਾਹੁੰਦੇ ਵੀ ਯਾਰ ਕੀ ਇਹਨੇ ਕੀਤਾ ਕੀ ਆ, ਜਾਂ ਦੂਜਿਆਂ ਤੋਂ ਸੁਣ ਕੇ। ਚਲੋ ਉਹ ਵਧੀਆ, ਜੇ ਅਗਲਾ ਉਹਦੇ ਵੱਧਦੇ ਆ ਤਾਂ ਵਿਊਰ ਵੀ ਵਧਾਵੇ, ਹੋਰ ਵੀ ਉਹ ਆਪਣਾ ਜੋ ਵੀ ਆ ਰੋਟੀ ਪਾਣੀ ਵਧੀਆ ਉਹਦਾ ਚੱਲਣ ਲੱਗ ਪਿਆ, ਪੈਸੇ 4 ਆਉਂਦੇ ਆ, ਉਹਨਾਂ ਨੂੰ ਵਧੀਆ ਤਰੀਕੇ ਨਾਲ ਲਾਵੇ। ਪਰ ਤੀਏ ਕੁ ਦਿਨ ਉੱਠ ਕੇ ਕਦੇ, ਹੁਣ ਤਾਂ ਉਹਨੂੰ ਪੁਲਿਸ ਦੀ ਪੂਛ ਨੂੰ ਹੀ ਹੱਥ ਪਾ ਲਿਆ ਜਿਹੜੀ ਉਹਨੂੰ ਬਚਾਉਂਦੀ ਆ ਉਦਣ ਦੀ। ਮੀਡੀਆ ਨੇ ਵੀ ਜ਼ਿਆਦਾ ਗੱਲਬਾਤ ਚੱਕ ਲਈ, ਮੀਡੀਆ ਦੇ ਇਦਾਂ ਦੀ ਹੋਈ ਉਹ ਆ ਜੀ, ਹੁਣ ਹਰ ਇੱਕ ਤਾਂ ਆਨਲਾਈਨ ਮੀਡੀਆ, ਜਿੰਨੀਆਂ ਅਖਬਾਰਾਂ ਸੀ, ਮੈਗਜ਼ੀਨ ਸੀ, ਜਿੰਨਾ ਸੀਗਾ ਹੋਰ ਲਟਰਮ ਪਟਰਮ, ਸਾਰਿਆਂ ਨੇ ਤਾਂ ਹੁਣ ਮੇਰੇ ਵਰਗਿਆਂ ਦੇ ਕੋਲ ਮਾਈਕ ਹੈਗਾ, ਕੈਮਰਾ ਹੈਗਾ, ਉਹ ਜਦੋਂ ਵਿਹਲਾ ਟਾਈਮ ਵਿਹਲਾ ਕੀ ਆ ਉਹਨਾਂ ਸਾਰਿਆਂ ਨੇ ਖੋਲ੍ਹ ਲਿਆ ਚੈਨਲ।
ਹੁਣ ਤੁਹਾਡੇ ਬੜੇ ਚੈਨਲ ਪਤਾ ਆ ਵੀ 24 ਆਵਰ ਆ ਇਹੋ ਸਾਰੇ ਇੰਨੇ ਕੁ ਚੈਨਲ ਮੇਨ ਆ, ਇੰਨੇ ਇੰਡੀਆ ਦੇ ਵਿੱਚ ਆ, ਇੰਨੇ ਵਰਲਡ ਦੇ ਵਿੱਚ ਹੋ ਰਿਹਾ ਪੰਜਾਬੀ ਦੇ। ਪਰ ਇਦਾਂ ਦੇ ਵੀ ਆ ਜਿਹੜੇ ਹੁਣ ਹੋਈ ਆ ਬਸ ਉਹਨਾਂ ਨੇ ਇੱਕ ਨਿਊਜ਼ ਸਾਰੀ ਦਿਹਾੜੀ ਦੀ ਪਾਉਣੀ ਹੁੰਦੀ ਆ। ਉਹ ਜਿਹੜੇ ਗਾਇਕ ਦਾ ਮਾੜਾ ਜਾਂ ਕੋਈ ਚੱਲਿਆ ਉਧਰ ਰਣਜੀਤ ਭਾਬੀ ਹੋ ਗਈ ਜੀ, ਉਧਰ ਉਹ ਇੱਕ ਹੋਰ ਹੀ ਸੀਗਾ, ਕਦੀ ਮੰਤਰੀ ਕਦੀ ਕੋਈ ਆ ਕਦੀ ਕੋਈ, ਉਹਦੇ ਮਗਰ ਹੀ ਮਾਈਕ ਲੈ ਕੇ ਭੱਜ ਤੁਰਦੇ ਆ, ਉਹਦੇ ਨਾਲ ਅਗਲੇ ਦੀ ਮਸ਼ਹੂਰੀ ਕਰਦੇ ਆ। ਹੋਰ ਅਸੀਂ ਕੀ ਕਰਦੇ ਆ? ਫੋਕੀ ਜਦੋਂ ਸ਼ੋਹਰਤ ਮਿਲੀ ਜਾਂਦੀ ਆ ਬੰਦਾ ਉਹਨਾਂ ਹੋਰ ਚਾਂਵਲੀ ਜਾਂਦਾ। ਸਾਹਿਬ ਤੁਹਾਡੇ ਨਾਲ ਮੈਂ ਗੱਲ ਕਰਦਾ ਕਿਉਂਕਿ ਫਿਰ ਮੈਂ ਕਹਿੰਦਾ ਤੁਹਾਡਾ ਯੂਥ ਨਾਲ ਵਾਹ ਪੈਂਦਾ, ਜਿਹੜੇ ਇੱਥੇ ਦੇ ਨਿਆਣੇ ਆ। ਇਤਰਾਜ਼ ਇਹੀ ਆ ਵੀ ਇਹਦੇ ਨਾਲ ਨਿਆਣੇ ਗਲਤ ਪਾਸੇ ਪੈਂਦੇ ਆ ਵੀ ਜਦੋਂ ਤੁਸੀਂ ਉਹਨਾਂ ਨੂੰ ਇੱਕ ਰੋਲ ਮਾਡਲ ਉਹ ਦਿੱਤਾ ਜਿਹੜਾ ਬੰਦਾ ਮਾਰਨ ਤੋਂ ਬਾਅਦ ਕਸੂਰ ਪੁੱਛਦਾ ਆ, ਜਾਂ ਉਹ ਹਥਿਆਰ ਚਲਾਉਂਦਾ ਆ, ਕਿਹੜਾ ਉਹ ਰਿਵਾਲਵਰ ਲੱਕ 'ਚ ਰੱਖਦਾ ਆ, ਇਹ ਫਿਰ ਜਿਹੜੇ ਬੱਚੇ ਆ ਕੋਈ ਓਬਜ਼ਰਵ ਕੀਤਾ ਵੀ ਇਹਨਾਂ ਦੇ ਉੱਤੇ ਉਹ ਤਾਂ ਨਹੀਂ ਇੰਪੈਕਟ ਕਰ ਰਿਹਾ ਵੀ ਇਹ ਵੀ ਉੱਦਾਂ ਦੇ ਬਣਨਾ ਚਾਹੁੰਦੇ ਆ? ਤੇ ਸਰੀ ਇਹ ਸਾਰੇ ਕੁਛ ਦਾ ਗੜ੍ਹ ਆ, ਗੈਂਗ ਦਾ, ਵਾਇਲੈਂਸ ਦਾ ਤੇ ਡਰੱਗਸ ਦਾ। ਭਾਈ ਸਭ ਤੋਂ ਪਹਿਲਾਂ ਤਾਂ ਮੈਂ ਨਾ ਤਾਂ ਇਹਦਾ ਫੈਨ ਆ ਨਾ ਮੈਂ ਕਿਸੇ ਹੋਰ ਦਾ। ਗਾਣੇ ਮੈਂ ਸਾਰਿਆਂ ਦੇ ਸੁਣਦਾ ਆ। ਰੀਜ਼ਨ ਕੀ ਹੁੰਦਾ, ਤੁਹਾਡੇ ਕੋਈ ਨਵਾਂ ਗਾਣਾ ਦਾ ਬੰਦਾ ਸੁਣਦਾ ਹੀ ਸੁਣਦਾ। ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਬੱਚੇ ਇਨਫਲੂਐਂਸ ਹੁੰਦੇ ਆ ਕਿ ਨਹੀਂ ਹੁੰਦੇ, ਕੁਛ ਪਰਸੈਂਟ ਹੁੰਦੇ ਨੇ, ਕੁਛ ਪਰਸੈਂਟ ਨਹੀਂ ਹੁੰਦੇ। ਰੀਜ਼ਨ ਕੀ ਹੈ, ਤੁਹਾਡੀ ਪੇਰੈਂਟਿੰਗ ਕਿੱਦਾਂ ਦੀ ਹੈ ਘਰੇ, ਤੁਸੀਂ ਬੱਚੇ ਨੂੰ ਕੀ ਸਿਖਾ ਰਹੇ ਹੋ। ਹੁਣ ਇੱਕ ਬੜਾ ਛੋਟਾ ਜਿਹਾ ਫਾਰਮੂਲਾ ਆ ਕਿ ਜਿਹੜੀ ਚੀਜ਼ ਤੋਂ ਮਾਪੇ ਆਪਣੇ ਬੱਚੇ ਨੂੰ ਰੋਕਦੇ ਨੇ ਬੱਚਾ ਉੱਧਰ ਭੱਜਦਾ ਆ। ਤੁਸੀਂ ਵੀ ਭੱਜਦੇ ਰਹੇ ਹੋ, ਮੈਂ ਵੀ ਭੱਜਦਾ ਰਿਹਾ ਆ, ਦੂੜਾ ਭਾਜੀ ਵੀ ਭੱਜਦੇ ਰਹੇ ਹੋਣਗੇ, ਹੈ ਨਾ, ਵੀ ਨਹੀਂ ਇਹ ਪਤਾ ਨਹੀਂ ਦੇਖੀ ਹੈ ਕੀ ਇਹਦੇ ਵਿੱਚ, ਹੈ ਨਾ। ਪਰ ਜਦੋਂ ਇੱਕ ਐਜੂਕੇਸ਼ਨ ਆ ਕਿ ਤੁਸੀਂ ਉਹ ਬੱਚੇ ਨੂੰ ਐਜੂਕੇਸ਼ਨ ਦਿੰਦੇ ਵੀ ਓਕੇ ਠੀਕ ਆ ਵੀ ਗਾਣਾ ਹੈਗਾ ਆ ਵੀ ਹੈਗਾ। ਮੈਂ ਆਪਣੀ ਗੱਲ ਕਰਦਾ ਆ, ਮੇਰੀ 12 ਸਾਲ ਦੀ ਕੁੜੀ ਆ, ਇੱਕ ਗਾਣਾ ਸੀਗਾ ਸਿੱਧੂ ਮੂਸੇਵਾਲਾ ਦਾ ਕੋਈ, ਮੈਨੂੰ ਕਹਿੰਦੀ ਡੈਡਾ ਗਾਣਾ ਸੁਣਨਾ। ਮੈਂ ਗਾਣਾ ਲਾ ਦਿੱਤਾ, ਗਾਣਾ ਸੀਗਾ ਪੈਸਿਆਂ ਦੇ ਵੱਟੇ ਮੌਤ ਸੀਗਾ ਵੰਡ ਦਾ ਸਮਥਿੰਗ ਲਾਈਕ ਦੈਟ, ਹੈ ਨਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਪੁੱਤ ਨੂੰ ਤਾਂ ਮਤਲਬ ਪਤਾ ਵੀ ਮਤਲਬ ਕੀ? ਕਹਿੰਦੀ ਨਹੀਂ। ਮੈਂ ਉਹਨੂੰ ਫਿਰ ਐਕਸਪਲੇਨ ਕੀਤਾ ਸਾਰਾ ਵੀ ਮੈਂ ਕਿਹਾ ਇਹ ਕਹਿੰਦਾ 2.5 ਸਾਲ ਹੋ ਗਏ, ਉਸ ਤੋਂ ਬਾਅਦ ਉਹਨੇ ਕਦੀ ਗਾਣਾ ਨਹੀਂ ਗਾਇਆ। ਹੁਣ ਜਦੋਂ ਤੁਹਾਡੇ ਸਾਹਮਣੇ ਕੋਈ ਚੀਜ਼ ਆਉਂਦੀ ਆ ਜਾਂ ਬੱਚਾ ਸੁਣਦਾ ਜਾਂ ਬੱਚਾ ਗੁਣਗੁਣਾਉਂਦਾ, ਤੁਸੀਂ ਤਾਂ ਬੱਚੇ ਨੂੰ ਤਾਂ ਮਤਲਬ ਦੱਸੋਗੇ ਨਾ, ਬੱਚਾ ਉਹਨੂੰ ਅਵੋਇਡ ਕਰਨ ਲੱਗ ਜੂ ਹੌਲੀ ਹੌਲੀ। ਚੇਂਜ ਇੱਦਾਂ ਨਹੀਂ ਆਉਂਦੀ ਕਿ ਜੀ ਉਹਨੇ ਕੀ ਗਾਤਾ ਜਾਂ ਅਸੀਂ ਕਹਿ ਦਈਏ ਹੁਣੇ ਇੱਦਾਂ ਕਰ ਲਓ, ਹੈ ਨਾ, ਇੱਦਾਂ ਕਦੀ ਨਹੀਂ ਹੁੰਦਾ। ਜਿਹੜੀ ਇੱਕ ਲਿਸਨਿੰਗ ਜਾਂ ਆਬਜ਼ਰਵੇਸ਼ਨ ਦੀ ਪਾਵਰ ਹੁੰਦੀ ਹੈ ਬੱਚੇ ਦੀ ਜਾਂ ਕਿਸੇ ਵੱਡੇ ਦੀ, ਉਹ ਹੌਲੀ ਹੌਲੀ ਚੇਂਜ ਹੁੰਦੀ ਆ। ਉਹ ਉਦੋਂ ਹੁੰਦੀ ਜਦੋਂ ਉਹਨੂੰ ਸਮਝ ਆਉਂਦੀ ਆ। ਪਹਿਲਾਂ ਜਦੋਂ ਗਾਣੇ ਆਏ ਨੇ, ਚਮਕੀਲੇ ਨੇ ਕਿਸੇ ਦੇ ਪੈਰ ਨਹੀਂ ਲੱਗਣ ਦਿੱਤੇ, ਸਭ ਨੂੰ ਪਤਾ, ਤੇ ਉਹਨੂੰ ਕਹਿੰਦੇ ਨੇ ਜੀ ਅੱਤਵਾਦੀਆਂ ਨੇ ਮਾਰ ਦਿੱਤਾ। ਹੁਣ ਸਾਨੂੰ ਕੀ ਪਤਾ ਵੀ ਉਹਨੂੰ ਕਿਹਨੇ ਮਰਵਾਇਆ ਕਿਹਨੇ ਨਹੀਂ ਮਰਵਾਇਆ, ਠੀਕ ਹੈ ਨਾ। ਸੋ ਇੱਦਾਂ ਹੀ ਹਰੇਕ ਜਨਰੇਸ਼ਨ ਦਾ ਕੋਈ ਨਾ ਕੋਈ ਸਿੰਗਰ ਆਉਂਦਾ ਜਿਹੜਾ ਕਿ ਇੱਕ ਵਾਰੀ ਪੂਰਾ ਚੱਕ ਕੇ ਰੱਖਦਾ ਕੰਮ ਉਹਦਾ, ਪਰ ਇੱਕ ਸਮਾਂ ਹੁੰਦਾ 5 ਤੋਂ ਲੈ ਕੇ 10 ਸਾਲ। ਹੋ ਸਕਦਾ ਸਿੱਧੂ ਮੂਸੇਵਾਲੇ ਤੋਂ ਅੱਗੇ ਗਾਉਣ ਵਾਲਾ ਵੀ ਕੋਈ ਨਾ ਕੋਈ ਆ ਜਾਵੇ 2-4 ਸਾਲ 'ਚ। ਫਿਰ ਹੋਣਾ ਕੀ ਹੈ, ਫਿਰ ਸਾਰੇ ਮੀਡੀਆ ਨੇ, ਸਾਰੇ ਲੋਕਾਂ ਨੇ ਉਹਦੇ ਦੁਆਲੇ ਹੋ ਜਾਣਾ। ਤੁਸੀਂ ਅੱਗੇ ਭਾਈ ਨੂੰ ਪੁੱਛਿਆ ਸੀ ਵੀ ਮੀਡੀਆ ਦਾ ਕਸੂਰ ਹੈ ਕਿ ਨਹੀਂ ਹੈਗਾ। ਭਾਜੀ ਜਿੰਨੇ ਵੀ ਸਿੰਗਰਸ ਨੇ ਜਾਂ ਕੋਈ ਵੀ ਕੰਪਨੀਜ਼ ਨੇ, ਹੈ ਨਾ, ਉਹਨਾਂ ਨੂੰ ਮੈਨੇਜ ਕਰਨ ਵਾਸਤੇ ਡਿਫਰੈਂਟ ਕੰਪਨੀਜ਼ ਹੁੰਦੀਆਂ ਨੇ ਜਿਹੜੀਆਂ ਸੋਸ਼ਲ ਮੀਡੀਆ ਮੈਨੇਜ ਕਰਦੀਆਂ ਨੇ। ਉਹਨਾਂ ਨੇ ਨੈਗੇਟਿਵ ਨਿਊਜ਼ ਵੀ ਆਪ ਦੇਣੀ, ਪੋਜ਼ੀਟਿਵ ਵੀ ਆਪ ਦੇਣੀ ਆ। ਉਹਨਾਂ ਨੂੰ ਪਤਾ ਹੁੰਦਾ ਕਿ ਜੇ ਅਸੀਂ ਇਹਨੂੰ ਇੱਦਾਂ ਭੜਕਾਵਾਂ ਰੱਖਾਂਗੇ ਤਾਂ ਲੋਕੀ ਦੇਖਣਗੇ। ਤੁਸੀਂ ਮੈਨੂੰ ਇਹ ਦੱਸੋ ਵੀ ਕਈ, ਮੈਂ ਹੁਣ ਨਾਮ ਨਹੀਂ ਲੈਣਾ, ਕਈ ਬੰਦੇ ਫੇਸਬੁੱਕ 'ਤੇ ਪੋਸਟਾਂ ਪਾਉਂਦੇ ਨੇ, ਉਹਨਾਂ ਨੂੰ ਐਗਜ਼ੈਕਟਲੀ ਟਾਈਮ ਤੱਕ ਪਤਾ ਵੀ ਲੋਕੀ ਕਿਹੜੇ ਵੇਲੇ ਕਿਹੜੀ ਨਿਊਜ਼ ਦੇਖਣਾ ਚਾਹੁੰਦੇ ਨੇ, ਕਿਹੜੀ ਪੜ੍ਹਨਾ ਚਾਹੁੰਦੇ ਨੇ, ਕਿ ਉਹ ਬੜਾ ਚੰਗਾ ਕੰਮ ਕਰ ਰਹੇ ਨੇ। ਉਹ ਵੀ ਤਾਂ ਲੋਕਾਂ ਦੇ ਦਿਲਾਂ ਨਾਲ ਖੇਡ ਰਹੇ ਨੇ ਵੀ ਹੁਣ ਭੜਕਾਵਾਂ 'ਚ ਕੰਮ ਚੱਕ ਦਈਏ, ਸ਼ਾਮ ਦਾ ਵੇਲਾ ਲੋਕੀ ਕੰਮਾਂ ਤੋਂ ਆਏ ਨੇ। ਹੁਣ ਇੱਕ ਬੰਦਾ ਥੱਕਿਆ ਟੁੱਟਿਆ ਘਰੇ ਆਇਆ, ਹੀ ਡਜ਼ਨਟ ਕੇਅਰ, ਪਰ ਜਦੋਂ ਦੇਖੂਗਾ ਜਾਂ ਉਹ ਨਿਊਜ਼ ਪੜ੍ਹੂਗਾ, ਅਫਕੋਰਸ ਉਹਦੇ ਮਾਈਂਡ 'ਚ ਆਉਣਾ ਵੀ ਹਾਂ ਯਾਰ ਬੰਦਾ ਬੜਾ ਘਟੀਆ। ਪਰ ਜੇ ਤੁਸੀਂ ਉਹਨੂੰ ਇੱਕ ਰੱਖੋਗੇ ਉਸ ਲੈਵਲ 'ਤੇ ਵੀ ਹਾਂ ਯਾਰ ਜੋ ਮਰਜ਼ੀ ਗਾਈ ਜਾਵੇ ਸਾਨੂੰ ਫਰਕ ਨਹੀਂ ਪੈਂਦਾ। ਸੋ ਜਿਹੜੀ ਇੱਕ ਇਗਨੋਰ ਕਰਨ ਦੀ ਪਾਵਰ ਉਹ ਵੱਡੀ ਹੋਣੀ ਚਾਹੀਦੀ ਹੈ ਵੀ ਹਾਂ ਠੀਕ ਹੈ ਗਾਤਾ ਸਾਨੂੰ ਕੋਈ ਫਰਕ ਨਹੀਂ ਪੈਂਦਾ। ਉਹ ਆਈ ਥਿੰਕ ਉਹ ਜ਼ਿਆਦਾ ਵੱਡੀ ਜਿੱਤ ਹੈ ਰੈਦਰ ਕਿ ਆਪਾਂ ਕਿਸੇ ਵੀ ਬੰਦੇ ਦਾ ਇਸ਼ੂ ਬਣਾਈਏ, ਟੌਪਿਕ ਬਣਾਈਏ, ਆਪਾਂ ਅੱਜ ਉਹਦੇ ਬਾਰੇ ਸ਼ੋਅ ਕਰਦੇ ਪਏ ਹਾਂ। ਆਈ ਗਰੰਟੀ ਯੂ ਦੈਟ ਉਹਨੂੰ ਇਹ ਤੋਂ ਵੀ ਫਾਇਦਾ ਹੋ ਜਾਣਾ, ਰਾਈਟ। ਸੋ ਇੱਦਾਂ ਹੁੰਦਾ ਹੈ। ਸੋ ਬੱਚਿਆਂ ਦੇ ਵਿੱਚ ਤਾਂ ਉਦੋਂ ਇਨਫਲੂਐਂਸ ਹੋਊਗੀ ਨਾ ਜਦੋਂ ਬੱਚਿਆਂ ਨੂੰ ਚੀਜ਼ ਦਾ ਮਤਲਬ ਨਹੀਂ ਦੱਸਿਆ ਜਾਊਗਾ। ਸਰੀ ਦੇ ਆਪਾਂ ਗੈਂਗਾਂ ਦੀ ਗੱਲ ਕਰਦੇ, ਕਿਸੇ ਹੋਰ ਦੀ ਗੱਲ ਕਰਦੇ ਹਾਂ, ਗੈਂਗ ਬਣਦਾ ਕਿੱਦਾਂ, ਬੱਚਾ ਜੁੜਦਾ ਕਿੱਦਾਂ ਉੱਥੇ ਜਾ ਕੇ, ਉਹ ਉਦੋਂ ਹੁੰਦਾ ਜਦੋਂ ਸਾਡੀ ਪੇਰੈਂਟਿੰਗ 'ਚ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ। ਜਦੋਂ ਤੁਹਾਡਾ ਬੱਚਾ ਤੁਹਾਡੇ ਨਾਲ ਗੱਲ ਨਹੀਂ ਕਰ ਰਿਹਾ, 2-2 3-3 ਘੰਟੇ ਇਕੱਲਾ ਬੈਠਾ ਜਾਂ ਆਪਣੇ ਰੂਮ 'ਚ ਹੀ ਆ। ਇੱਕ ਰਿਵਾਜ ਆ ਸਾਡੇ, ਹਰੇਕ ਕੋਲ ਇਕੱਲਾ ਰੂਮ ਆ। ਤੁਸੀਂ ਸਾਰਾ ਦਿਨ ਦਾ ਬੱਚਾ ਚੈੱਕ ਨਹੀਂ ਕੀਤਾ ਬੱਚਾ ਕੀ ਕਰਦਾ ਸੀ, ਸ਼ਾਮ ਨੂੰ ਡਿਨਰ ਟੇਬਲ 'ਤੇ ਆ ਕੇ ਤੁਸੀਂ ਪੁੱਛ ਲਿਆ ਕੀ ਹਾਲ ਆ। ਨੋ, ਤੁਸੀਂ ਆਪਣੇ ਬੱਚੇ ਨੂੰ ਮੋਨੀਟਰ ਕਿੱਦਾਂ ਕੀਤਾ ਕਿ ਤੁਸੀਂ ਤੁਸੀਂ ਪਰਸਨਲ ਲਾਈਫ 'ਚ ਜਾਣ 'ਤੇ ਗਏ ਨਹੀਂ। ਬੱਚਿਆਂ ਨੂੰ ਕਿੱਦਾਂ ਸਕੂਲ 'ਚ ਬੁਲੀ ਕੀਤਾ ਜਾਂਦਾ ਆ। ਆਪਾਂ ਗੱਲ ਕਰਦੇ ਹਾਂ ਵੱਡੇ ਸਕੂਲਾਂ ਦੀ, ਭਾਜੀ ਐਲੀਮੈਂਟਰੀ ਤੋਂ ਕੰਮ ਸ਼ੁਰੂ ਹੋ ਜਾਂਦਾ, ਗ੍ਰੇਡ 4 ਜਾਂ 5 ਤੋਂ ਸ਼ੁਰੂ ਹੋ ਜਾਂਦਾ। ਇਹ ਤਾਂ ਉੱਥੇ ਬੱਚਿਆਂ ਨੂੰ ਬਾਦਰ ਕਰਨ ਲੱਗ ਜਾਂਦੇ ਨੇ। ਸਾਡਾ ਤਾਂ ਵਾਹ ਪੈਂਦਾ ਰਹਿੰਦਾ, ਕਿੰਨੇ ਸਾਡੇ ਕੋਲੇ ਸਟੂਡੈਂਟਸ ਅਕੈਡਮੀ 'ਚ ਬੱਚੇ ਇੰਨੇ ਆਉਂਦੇ ਨੇ
ਕਿ ਜਿਹੜੇ ਸਾਡੇ ਨਾਲ ਆਪਣੀ ਪਰਸਨਲ ਗੱਲਾਂ ਸ਼ੇਅਰ ਕਰਦੇ ਨੇ। ਸਮਟਾਈਮ ਸਾਨੂੰ ਸਕੂਲਾਂ 'ਚ ਜਾ ਕੇ ਉਹਨਾਂ ਦੇ ਮਾਪਿਆਂ ਨਾਲ ਗੱਲ ਕਰਨੀ ਪੈਂਦੀ ਹੈ ਵੀ ਨਹੀਂ ਯਾਰ ਤੁਹਾਡਾ ਜਿਹੜਾ ਬੱਚਾ ਆ ਆਹ ਗੱਲਾਂ ਕਰਦਾ ਜਾਂ ਇੱਥੇ ਚੱਲ ਗਿਆ, ਪ੍ਰਿੰਸੀਪਲ ਨੂੰ ਇਨਵੋਲਵ ਕਰਨਾ ਪੈਂਦਾ, ਕਾਉਂਸਲਰ ਇਨਵੋਲਵ ਕਰਨੇ ਪੈਂਦੇ ਨੇ। ਸੋ ਇਟਸ ਨਾਟ ਅ ਵਨ ਸਾਈਡ ਥਿੰਗ, ਤੁਹਾਨੂੰ ਵਿੱਚ ਜਾ ਕੇ ਕੰਮ ਕਰਨਾ ਪੈਂਦਾ ਰਾਦਰ ਕਿ ਆਪਾਂ ਚੱਕੀਏ ਵੀ ਹਾਂ ਨਹੀਂ ਇਹਨੇ ਇੱਦਾਂ ਕੋ ਗਾਤਾ ਯਾਰ, ਆਈ ਡੋਂਟ ਕੇਅਰ। ਆਹ ਚੀਜ਼ ਆ। ਇਹਨਾਂ ਗੀਤਾਂ ਦਾ ਬੱਚਿਆਂ ਤੇ ਕੋਈ ਅਸਰ ਹੁੰਦਾ? ਮਤਲਬ ਜੇ ਪੈਰੈਂਟਿੰਗ ਠੀਕ ਹੈ, ਗੀਤ ਜਿੱਦਾਂ ਦੇ ਮਰਜ਼ੀ ਚੱਲੇ ਜਾਣ, ਫਿਰ ਓਕੇ ਆ? ਭਾਜੀ ਨਹੀਂ ਹੁੰਦਾ ਅਸਰ ਉਦੋਂ ਤੱਕ ਨਹੀਂ ਹੋਊਗਾ ਜੋ ਤੱਕ ਉਹਨੂੰ ਮੈਸੇਜ ਕਨਵੇ ਕਰਨ ਵਾਲੇ ਬੰਦੇ ਸਹੀ ਨੇ। ਹੁਣ ਤੁਹਾਨੂੰ ਪਤਾ ਵੀ ਯਾਰ ਤੁਹਾਡੇ ਘਰ ਦੇ ਵਿੱਚ ਇੱਕ ਗਾਣਾ ਵੱਜਿਆ ਕੋਈ ਵੀ, ਤੁਸੀਂ ਉਹ ਗਾਣੇ ਦਾ ਮਤਲਬ ਦੱਸੋਗੇ, ਆਮ ਪ੍ਰੀਟੀ ਮਚ ਸ਼ੋਰ ਕਿ ਤੁਹਾਡਾ ਨਿਆਣਾ ਦੁਬਾਰਾ ਉਹ ਗਾਣੇ ਨੂੰ ਸੁਣਨ ਦੀ ਨਹੀਂ ਕਹੂਗਾ, ਕਿਉਂਕਿ ਨਹੀਂ ਇਹ ਛੱਡ ਪਰੇ ਵੀ ਇਹ ਚੀਜ਼ ਨਾਲ ਮੈਂ ਕਾਹਦੇ ਲਈ ਸੁਣਨਾ, ਜਦੋਂ ਕੋਈ ਸੈਂਸ ਹੀ ਨਹੀਂ ਬਣਦੀ। ਪਰ ਜੇ ਆਪਾਂ ਹੁਣ ਰੈਪ ਮਿਊਜ਼ਿਕ ਤੇ ਜਾ ਵੜਦੇ ਹਾਂ, ਠੀਕ ਆ, ਇਹਨਾਂ ਦੇ ਵਿੱਚ ਤੁਸੀਂ ਲਾ ਲਓ ਡਾਕਟਰ ਡਰੀਸ ਹੈਗਾ, ਠੀਕ ਆ, ਸਨੂਪ ਡੌਗ ਆ, 50 ਸੈਂਟ ਆ, ਕੁੜੀਆਂ ਦੇ ਵਿੱਚੋਂ ਕਾਰਡੀ ਬੀ ਆ, ਹੈਨਾ, ਤੇ ਆਪਣਾ ਨਿੱਕੀ ਮਨਾਜ ਹੈ, ਜਿਹੜੇ ਕਿ ਸੁਦਾ ਹੀ ਫੱਟੇ ਚੱਕਦੇ ਨੇ ਗਾਉਣ ਲੱਗੇ। ਉਹਨਾਂ ਦੇ ਵਿੱਚ ਤਾਂ ਸਾਡੇ ਤਾਂ ਫਿਰ ਵੀ ਕੋਈ ਇਹੋ ਜਿਹੇ ਵਰਡ ਨਹੀਂ ਯੂਜ਼ ਕੀਤੇ ਜਾਂਦੇ ਜਿਹਨੂੰ ਕਿ ਸੌਰੀ ਮੈਂ ਆਪਣੀ ਲੈਂਗੁਏਜ ਵਾਚ ਕਰਦਾ ਕਿ ਸੈਕਸ ਨਾਲ ਰਿਲੇਟਡ। ਉਹਦੇ ਵਿੱਚ ਤਾਂ ਸਿੱਧਾ ਹੀ ਕੰਮ ਚੱਲ ਰਿਹਾ ਹੈ, ਨਿਆਣੇ ਤਾਂ ਉਹ ਵੀ ਗਾ ਰਹੇ ਨੇ, ਫਿਰ ਕੀ ਉਹ ਸਾਰੇ ਨਿਆਣੇ ਉਹੀ ਕੁਛ ਕਰ ਰਹੇ ਨੇ? ਨਹੀਂ, ਉਹਨਾਂ ਨੂੰ ਉਹ ਵੀ ਗਾਣੇ ਯਾਦ ਨੇ। ਸੋ ਟੈਕਨੀਕਲੀ ਜਿਹੜੀ ਆਪਾਂ ਇੱਥੇ ਦੇ ਮਾਹੌਲ ਦੀ ਗੱਲ ਕਰਦੇ ਹਾਂ, ਨਿਆਣੇ ਸੁਣਦੇ ਸਾਰਾ ਕੁਛ ਨੇ, ਪਰ ਉਹ ਹਾਵੀ ਸਿਰਫ ਉਸ ਨਿਆਣੇ ਤੇ ਹੁੰਦਾ ਹੈ ਜਿਹੜੇ ਨਿਆਣੇ ਨੂੰ ਐਜੂਕੇਟ ਨਹੀਂ ਕੀਤਾ ਜਾਂਦਾ। ਜੇ ਤੁਸੀਂ ਨਿਆਣੇ ਨੂੰ ਐਜੂਕੇਟ ਕਰੋਗੇ, ਉਹਨੂੰ ਦੱਸੋਗੇ ਵੀ ਆਹ ਸਹੀ ਆ ਆਹ ਗਲਤ ਆ, ਅਫਕੋਰਸ ਨਿਆਣਾ ਸੁਣੂਗਾ। ਸੋ ਆਈ ਡੋਂਟ ਥਿੰਕ ਸੋ ਵੀ ਕੋਈ ਬਿਗ ਇੰਪੈਕਟ ਹੈ। ਮੈਨੂੰ ਭਾਜੀ 10 ਸਾਲ ਹੋ ਗਏ ਅਕੈਡਮੀ ਆਪਰੇਟ ਕਰਦਿਆਂ ਨੂੰ, ਮੈਂ ਤਾਂ ਕਦੀ ਦੇਖਿਆ ਨਹੀਂ ਵੀ ਸਾਡੀ ਅਕੈਡਮੀ ਦਾ ਕੋਈ ਵੀ ਨਿਆਣਾ ਜਿਹੜਾ ਹੁਣ 18-19 ਸਾਲ ਦਾ ਵੀ ਗਨ ਚੱਕ ਕੇ ਕਿਸੇ ਦੇ ਮਗਰ ਤੁਰਿਆ ਫਿਰਦਾ ਹੋਵੇ, ਮੈਂ ਤਾਂ ਕਦੀ ਵੀ ਨਹੀਂ ਦੇਖਿਆ। ਹਾਲੇ ਕਿ ਸਾਡੀ ਅਕੈਡਮੀ ਦੇ ਵਿੱਚ ਇੱਕ ਜਾਂ ਦੋ ਬੱਚੇ ਨੇ, ਗ੍ਰੇਡ 12 ਦੇ ਵਿੱਚ ਆ ਉਹ ਮੁੰਡਾ, ਤੇ ਟੌਪਰ ਹੈ BC ਦਾ, ਤੇ ਹੁਣ ਉਹ ਅੱਗੇ ਆਪਣੀ ਜਿਹੜੀ ਉਹਨੇ ਐਡਮਿਸ਼ਨ ਲੈਣੀ ਉਹਦੀ ਪੜ੍ਹਾਈ ਵੀ ਸ਼ੁਰੂ ਕੀਤੀ ਹੋਈ ਹੈ। ਮਨਮੀਤ ਪੁਰੀ ਉਹਦਾ ਨਾਮ ਆ। ਪਿਛਲੇ ਭਾਜੀ 15 ਸਾਲ ਤੋਂ ਮੇਰੇ ਨਾਲ ਜੁੜਿਆ, ਤੇ ਇੱਦਾਂ ਹੀ ਸਾਰੇ ਬੱਚੇ ਜੁੜੇ ਹੋਏ ਨੇ। ਅੱਜ ਤੱਕ ਕਦੀ ਦੇਖਿਆ ਨਹੀਂਗਾ, ਗਾਣੇ ਉਹ ਵੀ ਸੁਣਦੇ ਨੇ। ਹਾਲੇ ਕਿ ਅਸੀਂ ਕੋਰੀਓਜ਼ ਵੀ ਬਣਾਉਂਦੇ ਆ ਗਾਣਿਆਂ ਦੇ ਉੱਤੇ, ਰਾਈਟ, ਪਰ ਦੇ ਨੋ ਵੀ ਸਿਰਫ ਇੱਕ ਗਾਣਾ ਹੀ ਆ, ਇੱਥੇ ਫਿਨਿਸ਼ ਆ, ਇਸ ਤੋਂ ਅੱਗੇ ਕੁਛ ਨਹੀਂ ਹੈ ਇਹਦੀ ਲਾਈਫ। ਗੁਰੂ ਸਾਹਿਬ ਤੁਹਾਡੇ ਕੀ ਵਿਚਾਰ ਆ ਵੀ ਗਾਣਾ ਜਿਹੜਾ ਮਰਜ਼ੀ ਹੋਵੇ, ਚਾਹੇ ਚਮਕੀਲਾ ਸੁਣ ਲਓ ਜਾਂ ਕੋਈ ਸੁਣ ਲਓ, ਉਹਦਾ ਸੋਸਾਇਟੀ ਦੇ ਉੱਤੇ ਕੋਈ ਇੰਪੈਕਟ ਪੈਂਦਾ ਹੀ ਨਹੀਂ, ਜਾਂ ਵੀ ਇਹਨੂੰ ਗਾਣੇ ਨੂੰ ਗਾਣਾ ਹੀ ਸਮਝਿਆ ਜਾਂਦਾ, ਜਾਂ ਸੱਚਮੁੱਚ ਇਹ ਇੰਨੇ ਅਸਰਦਾਰ ਹੁੰਦੇ ਆ ਵੀ ਕਿਸੇ ਨੂੰ ਇਹ ਬੱਬੂ ਮਾਨ ਨੂੰ ਇੱਕ ਵਾਰੀ ਕਿਸੇ ਨੇ ਪੁੱਛਿਆ ਸੀ, ਤੇ ਉਹ ਕਹਿੰਦਾ ਸੀ ਵੀ ਸ਼ੋਲੇ ਫਿਲਮ ਦੇਖ ਕੇ ਕਿੰਨੇ ਕੁ ਡਾਕੂ ਬਣ ਗਏ, ਮਤਲਬ ਕੋਈ ਅਸਰ ਨਹੀਂ ਪੈਂਦਾ। ਤੁਹਾਨੂੰ ਕੀ ਲੱਗਦਾ? ਉਹ ਤਾਂ ਫਿਰ ਜਦੋਂ ਅਸੀਂ ਆਪਣੇ ਆਪ ਦੀ ਸਫਾਈ ਦੇਣੀ ਹੁੰਦੀ ਹੈ ਨਾ, ਉਦੋਂ ਆਹ ਗੱਲਾਂ ਕਰਨੀਆਂ ਪੈਂਦੀਆਂ, ਕਿਉਂਕਿ ਆਪਾਂ ਆਪਣੇ ਆਪ ਨੂੰ ਉੱਚਾ ਰੱਖਣਾ ਹੁੰਦਾ, ਆਪਣੀ ਗੱਲ ਦੀ ਇਹ ਗਵਾਹੀ ਦੇਣੀ ਹੁੰਦੀ ਕਿ ਜੋ ਅਸੀਂ ਕੀਤਾ ਉਹ ਵਧੀਆ ਆ। ਹਾਂ ਭਾਜੀ ਉਹਨਾਂ ਦੇ ਨਾਲ ਮੈਂ ਸਹਿਮਤ ਹਾਂ, ਇੱਥੇ ਬੱਚਿਆਂ ਨੂੰ ਨਾ ਪੈਂਦਾ ਹੋਊਗਾ ਅਸਰ, ਜਿਹੜੀ ਗੱਲ ਕਰਦੇ ਨਾ ਵੀ ਗਾਣੇ ਦਾ ਕੋਈ ਅਸਰ ਪੈਂਦਾ ਜਾਂ ਨਹੀਂ ਪੈਂਦਾ, ਇੱਥੇ ਨਹੀਂ ਪੈਂਦਾ ਹੋਊਗਾ, ਕਿਉਂਕਿ ਇਹ ਆਪਣੇ ਐਂਟਰਟੇਨਮੈਂਟ ਤੱਕ ਰੱਖਦੇ ਆ। ਇੰਡੀਆ ਪੈਂਦਾ ਆ 100% ਤਾਂ ਨਹੀਂ, 99%, ਉੱਥੇ ਵੀ 1% ਹੀ ਆ ਜੇ ਜਿਹੜਾ ਨਹੀਂ ਪੈਂਦਾ। ਉੱਥੇ ਗਨ ਨੂੰ ਤੁਸੀਂ ਦੇਖ ਲਓ, ਚਾਹੇ ਕੋਈ ਕਿਸੇ ਤਰ੍ਹਾਂ ਗਨ ਦੀ ਵੀ ਉਹ ਫੁਕਰਪੁਣਾ ਫਿਰ ਮਗਰ ਚੱਲਦਾ ਆ, ਕਿਉਂਕਿ ਉਹ ਗਾਉਣ ਵਾਲਾ ਤਾਂ ਗਾ ਗਿਆ, ਪੈਸੇ ਲਈ ਜਾਂਦਾ, ਉਹ ਪੈਸੇ ਬਣਾਈ ਜਾਂਦਾ, ਜਿਹੜੇ ਮਗਰ ਆ ਉਹਦੇ ਸੁਣਨ ਵਾਲੇ, ਉਹ ਉਸ ਵੇਲੇ ਗਨ ਉਹ ਜਿਹੜੀਆਂ ਹੁਣ ਪਾਇਲਸਾਂ ਦੇ ਵਿੱਚ ਚੱਲਦੀਆਂ, ਜਾਂ ਉਹ ਇਹੋ ਜਿਹੇ ਗਾਣੇ ਸੁਣ ਕੇ ਹੀ ਉਸ ਵੇਲੇ ਭੰਗੜਾ ਪਾਉਂਦਿਆਂ ਦੀਆਂ ਚੱਲਦੀਆਂ, ਜਾਂ ਕਿਤੇ ਹੋਰ ਵੀ ਆ, ਕਦੀ ਕਿਤੇ ਗੋਲੀ ਚੱਲ ਗਈ, ਕਦੀ ਕਿਤੇ ਜਿਹੜੀਆਂ ਗੈਂਗਵਾਰ ਆ ਉਹਦੇ ਵਿੱਚ ਫਿਰ ਉਸ ਵੇਲੇ ਪਾਵਰ ਹੀ ਇਦਾਂ ਦੀ ਆਉਂਦੀ ਆ, ਉੱਤੋਂ ਨਸ਼ਾ ਖਾਧਾ ਹੁੰਦਾ, ਦੂਜਾ ਨਾਲ ਗਾਣਾ ਉੱਦਾਂ ਦਾ ਸੁਣਿਆ ਹੁੰਦਾ, ਫਿਰ ਜਿਹੜਾ ਮਾੜਾ ਜਿਹਾ ਵੀ ਕਿਤੇ ਕੁਸਕਦਾ ਫਿਰ ਕਹਿੰਦੇ ਵੀ ਹੁਣ ਤੈਨੂੰ ਬੰਦਾ ਬਣਾਉਨੇ ਆ। ਅਸਰ ਪੈਂਦਾ ਆ, ਪਰ ਇਹ ਪੈਂਦਾ ਕਿੱਥੇ ਆ? ਇਹ ਜ਼ਰੂਰੀ ਨਹੀਂ ਕਿ ਵੀ ਸਾਰੀ ਦੁਨੀਆ ਤੇ ਪਈ ਜਾਂਦਾ। ਇੱਥੇ ਜੰਗ ਜਿਹੜੇ ਬਾਹਰਲੀਆਂ ਕੰਟਰੀਆਂ 'ਚ ਜੰਗ ਬੱਚੇ ਆ ਉਹ ਹੋਰ ਤਰ੍ਹਾਂ ਸੁਣਦੇ ਆ, ਉੱਥੇ ਆਪਾਂ ਆ ਵੀ ਜਦੋਂ ਸੁਣ ਲਿਆ ਫਿਰ 4 ਜਣੇ ਇਕੱਠੇ ਹੋ ਗਏ, ਅਸੀਂ ਫਿਰ ਉਹ ਪੂੰਫਾਂ ਹੋਰ ਵੀ ਕਿਸੇ ਤੇ ਕਰਨੀ ਆ ਜਿਹੜਾ ਮਾੜਾ ਸਾਨੂੰ ਦਿੰਦਾ ਆ। ਅਸਰ ਤਾਂ ਹੈ, ਇਹ ਨਹੀਂ ਗੱਲ ਵੀ ਅਸਰ ਨਹੀਂ ਹੁੰਦਾ, ਪਰ ਦੂਜੇ ਪਾਸੇ ਇਹ ਵੀ ਆ ਵੀ ਅਸਰ ਇਹਦਾ ਮਤਲਬ ਇਹ ਵੀ ਨਹੀਂ ਵੀ ਗਾਣੇ ਬਿਲਕੁਲ ਹੀ ਆ ਵੀ ਤੁਹਾਨੂੰ ਚੋਰ ਜਾਂ ਡਾਕੂ ਜਾਂ ਦੂਸਰੇ ਬਣਾਈ ਜਾਂਦੇ ਆ ਵੀ ਕਿਸੇ ਦੀ ਬਾਂਹ ਫੜ ਲਾ ਜਾਂ ਆਹ ਕਰ ਲਾ। ਪਰ ਹਾਂ ਉਹਦੇ ਨਾਲ ਇੱਕ ਫਰਕ ਤਾਂ ਪੈਂਦਾ, ਉਹਦਾ ਹੁਣ ਤੱਕ ਟਰਾਂਟੋ ਦੇਖ ਲਓ ਚਾਹੇ ਆ ਸਰੀ ਦੇਖ ਲਓ, ਕਿਤੇ ਨਾ ਉਹ ਹੁਣ ਤਕਰੀਬਨ ਰੇਡੀਓ 'ਤੇ ਕਈ ਵਾਰੀ ਸ਼ੋਅ ਹੋ ਚੁੱਕੇ ਆ ਵੀ ਤੁਰੀਆਂ ਜਾਂਦੀਆਂ ਜਨਾਨੀਆਂ ਨੂੰ ਉਹ ਗਾਣੇ ਸੁਣ ਕੇ ਉਹਦਾ ਦਿਮਾਗ ਜਿਹੜਾ ਆ ਉਹ ਕੁਛ ਗਾਣਿਆਂ ਨੇ ਕਰ ਦਿੱਤਾ, ਕੁਛ ਇਹ ਹੋ ਗਿਆ ਵੀ ਸਾਨੂੰ ਹੁਣ ਆਜ਼ਾਦੀ ਮਿਲ ਗਈ, ਕੁਛ ਸਾਡੇ ਵਿੱਚ ਉਹ ਪਹਿਲਾਂ ਤੋਂ ਕੁੱਟ ਭਰਿਆ ਆ ਜੋ ਇੰਡੀਆ ਦੇ ਵਿੱਚ ਅਸੀਂ ਕਰਦੇ ਰਹੇ ਹਾਂ ਵੀ ਉੱਥੋਂ ਵੀ ਤੁਰੇ ਜਾਂਦੀ ਨੂੰ ਕੁੜੀ ਨੂੰ ਇੱਧਰ ਛੇੜਤਾ ਉੱਧਰ। ਹੁਣ ਤਾਂ ਇੱਥੇ ਵਿਆਹੀਆਂ ਨੂੰ ਨਹੀਂ ਛੱਡਦੇ, ਉਹਨਾਂ ਨੂੰ ਕਈਆਂ ਨੇ ਆ ਕੇ ਆਪ ਕੁੜੀਆਂ ਨੇ ਦੱਸਿਆ ਵੀ ਸਾਡੇ ਤੁਰੀਆਂ ਜਾਂਦੀਆਂ ਨੂੰ ਆਹ ਕਿਹਾ ਹੈ ਨਾ। ਇਹ ਫਰਕ ਪੈਂਦਾ ਭਾਜੀ, ਮੈਂ ਤਾਂ ਇਹਦੇ ਵਿੱਚ
ਨਹੀਂ ਕਹਿੰਦਾ ਵੀ ਨਹੀਂ ਪੈਂਦਾ। ਬਾਕੀ ਜਿਹੜੇ ਪੁਰਾਣੇ ਗਾਇਕ ਆ ਜਾਂ ਹੁਣ ਉਹਨਾਂ ਤੋਂ ਪਹਿਲਾਂ ਇਹਦੇ ਤੋਂ ਆਏ ਆ ਜਾਂ ਮਗਰੋਂ ਆਉਣੇ ਆ, ਉਹਨਾਂ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ। ਗਾਣੇ ਉਹ ਵੀ ਗਾ ਗਏ ਆ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਗਾਏ ਆ ਤਾਂ ਹੁਣ ਸਾਰੇ ਹੀ ਇਹੋ ਹੀ ਕੰਮ ਤੇ ਚਲੇ ਜਾਣ ਤਾਂ ਇਹਨੂੰ ਆਪਾਂ ਬਰੀ ਕਰ ਦਈਏ। ਭਾਈ ਜਿਹੜੀ ਇਹਨਾਂ ਨੇ ਗੱਲ ਕੀਤੀ ਨਾ ਵੀ ਇੰਡੀਆ ਦੀ ਗੱਲ ਕੀਤੀ ਆ, ਮੈਨੂੰ ਯਾਦ ਹੈ, ਆਈ ਥਿੰਕ ਸਾਲ ਡੇਢ ਸਾਲ ਪਹਿਲਾਂ ਦੀ ਗੱਲ ਹੋਣੀ, ਮੈਨੂੰ ਏਰੀਆ ਦਾ ਨਾਂ ਨਹੀਂ ਚੇਤਾ ਆਉਂਦਾ, ਕੋਈ ਗਾਣਾ ਆਇਆ ਸੀਗਾ ਆਪਣਾ ਸਿੱਧੂ ਦਾ ਹੀ, ਅਤੇ ਇੱਕ ਮੁੰਡੇ ਨੇ ਆਪਣੀ ਟੀਚਰ ਸੀ ਸਕੂਲ ਦੀ ਆਈ ਥਿੰਕ, ਉਹਨੂੰ ਮਾਰ ਦਿੱਤਾ ਸੀਗਾ। ਬਹੁਤ ਰੌਲਾ ਪਿਆ ਸੀ 1.5-2 ਸਾਲ ਪਹਿਲਾਂ ਨਾ ਇਸ ਚੀਜ਼ ਦਾ। ਉਹ ਇਨਫਲੂਐਂਸ ਜਾਂ ਅਸਰ ਉਦੋਂ ਹੁੰਦਾ ਜਦੋਂ ਕੋਈ ਲਾਗੇ ਹੈ ਹੀ ਨਹੀਂ ਗਾਈਡ ਕਰਨ ਵਾਲਾ। ਹੁਣ ਇੱਥੇ ਇਹਦੇ 2-3 ਵਾਰੀ ਸ਼ੋਅ ਹੋਏ ਨੇ, ਇੱਕ 'ਚ ਸਟੈਬਿੰਗ ਹੋ ਗਈ, ਇੱਕ 'ਚ ਗੋਲੀ ਚੱਲ ਗਈ ਕੈਲਗਰੀ, ਹੈ ਨਾ। ਸੋ ਉਹਦਾ ਰੀਜ਼ਨ ਕੀ ਆ? ਹੁਣ ਭਾਜੀ ਨੇ ਉਹਦਾ ਬੜਾ ਸਿੰਪਲ ਜਵਾਬ ਦਿੱਤਾ ਕਿ ਦਾਰੂ ਪੀਤੀ ਹੁੰਦੀ ਆ, ਨਸ਼ਾ ਖਾਦਾ ਹੁੰਦਾ। ਹੁਣ ਮੈਨੂੰ ਤਾਂ ਲੱਗਦਾ ਨਹੀਂ ਕਿ ਕੋਈ 5 ਜਾਂ 6 ਸਾਲ ਦਾ ਬੱਚਾ ਜਾਂ 10 ਜਾਂ 12 ਸਾਲ ਦਾ ਕੁਛ ਕਰਦਾ ਹੋਊਗਾ, ਨਹੀਂ। ਸੋ ਇੱਕ ਏਜ ਆ। ਹੁਣ ਜਦੋਂ ਇੱਕ ਬੱਚਾ ਘਰੋਂ 18 ਸਾਲ ਦਾ ਬਾਹਰ ਚਲਾ ਗਿਆ, 20 ਸਾਲ ਦਾ ਬਾਹਰ ਚਲਾ ਗਿਆ, ਪੇਰੈਂਟਸ ਦੀ ਇੱਕ ਜ਼ਿੰਮੇਵਾਰੀ ਹੁੰਦੀ ਆ, ਉਹ ਆਪਣੀ ਜ਼ਿੰਮੇਵਾਰੀ ਨਿਭਾ ਦਿੰਦੇ ਨੇ। ਹੁਣ ਉਸ ਤੋਂ ਅੱਗੇ ਜਾ ਕੇ ਨਿਆਣਾ ਜੇ ਕੋਈ ਗਲਤੀ ਕਰਦਾ, ਕੁਛ ਕਰਦਾ, ਭੁਗਤਣੀ ਮਾਪੇ ਨੂੰ ਪੈਂਦੀ ਆ। ਪਰ ਉਹ ਇੱਕ ਮਾਪੇ ਨੇ ਤਾਂ ਆਪਣਾ ਧਰਮ ਨਿਭਾ ਦਿੱਤਾ, ਫਰਜ਼ ਨਿਭਾਤਾ ਵੀ ਯਾਰ ਹਾਂ ਹੁਣ ਅਸੀਂ ਨੂੰ ਪੜ੍ਹਾਉਣੇ ਵੀ ਪਏ, ਸਾਰਾ ਕੁਝ ਕਰਦੇ ਪਏ। ਹੁਣ ਜਿਹੜੀ ਸਟੈਬਿੰਗ ਵੀ ਹੋਈ ਸੀ, ਉਹ ਕਿਹੜਾ ਸੋਚ ਕੇ ਗਏ ਸੀ ਵੀ ਅਸੀਂ ਸਟੈਬਿੰਗ ਕਰਨੀ ਆ, ਹੈ ਨਾ। ਅਫਕੋਰਸ ਉੱਥੇ ਕੁਛ ਨਾ ਕੁਛ ਇਹੋ ਜਿਹਾ ਹੋਇਆ ਹੋਊਗਾ, ਨਸ਼ਾ ਖਾਦਾ ਹੋਊਗਾ, ਦਾਰੂ ਪੀਤੀ ਹੋਊਗੀ, ਜਾਂ ਗਾਣੇ ਦਾ ਕੋਈ ਇਹੋ ਜਿਹਾ ਪ੍ਰਭਾਵ ਹੋਊਗਾ, ਜਾਂ ਜਿਵੇਂ ਕਹਿੰਦੇ ਵੀ ਘੈਂਟ ਬਣਨ ਵਾਲੀ ਸੋਚ ਹੁੰਦੀ ਵੀ ਹਾਂ ਮੈਂ ਤਾਂ ਘੈਂਟ ਹੀ ਆ, ਵੀ ਉਸ ਚੀਜ਼ 'ਚ ਹੋਇਆ ਹੋਊਗਾ। ਅਫਕੋਰਸ ਕਿਤੇ ਨਾ ਕਿਤੇ ਫ਼ਰਕ ਪੈਂਦਾ, ਪਰ ਜੇ ਆਪਾਂ ਓਵਰਆਲ ਰੇਸ਼ੋ ਕੱਢਦੇ ਹਾਂ, ਓਵਰਆਲ ਫ਼ਰਕ ਨਹੀਂ ਪੈਂਦਾ। ਜੇ ਇੱਕ ਕਲਾਸ ਦੇ ਵਿੱਚ 10 ਜਣੇ ਬੈਠੇ ਨੇ, ਉਹਨਾਂ 'ਚੋਂ ਸਾਰਿਆਂ ਨੇ ਡਾਕਟਰ ਤਾਂ ਬਣਨਾ ਨਹੀਂ, ਨਾ ਸਾਰਿਆਂ ਨੇ ਇੰਜੀਨੀਅਰ ਬਣਨਾ, ਉਹਨਾਂ 'ਚੋਂ ਕੋਈ ਪੁਲਿਸ ਵਾਲਾ ਬਣੂ, ਕੋਈ ਕੁਛ ਬਣੂ, ਕੋਈ ਕੁਛ ਬਣੂ, ਉਹਨਾਂ 'ਚੋਂ ਇੱਕ ਅੱਧਾ ਇੱਦਾਂ ਦਾ ਵੀ ਆਊਗਾ। ਉਹ ਕਿਉਂ ਆਊਗਾ? ਕਿਉਂਕਿ ਤੁਸੀਂ ਰੋਕ ਹੀ ਨਹੀਂ ਸਕਦੇ, ਇੱਕੋ ਨੇਚਰ ਆ। ਹੁਣ ਕਿੰਨੇ ਬੰਦੇ ਸੋਸ਼ਲ ਵਰਕ ਕਰਦੇ ਨੇ ਇੱਥੇ, ਆਪਣਾ ਬਹੁਤ ਜ਼ਿਆਦਾ ਜ਼ੋਰ ਲਾਇਆ ਜਾਂਦਾ ਕਿ ਸਾਡੇ ਨਿਆਣਿਆਂ 'ਚ ਜਦੋਂ ਬਚ ਜਾਣ, ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਨਿਆਣਾ ਫਸ ਜਾਂਦਾ ਆ। ਅਸੀਂ ਪੋਜ਼ੀਟਿਵ ਪੈਰੈਂਟਿੰਗ ਵਰਕਸ਼ਾਪਾਂ ਸ਼ੁਰੂ ਕੀਤੀਆਂ ਸੀ। ਸਾਡੇ ਕੋਲ ਐਬਸਫੋਰਡ ਤੋਂ ਇੱਕ ਕੇਸ ਆਇਆ ਸੀਗਾ ਵੀ ਉਹਨਾਂ ਦਾ ਬੱਚਾ ਜਿਹੜਾ ਸੀਗਾ ਕਾਫੀ ਇਨਵੋਲਵ ਸੀਗਾ, ਅਤੇ ਮੈਂ ਜੈਕ ਭਾਜੀ ਨਾਲ ਵੀ ਗੱਲ ਕੀਤੀ। ਜੈਕ ਭਾਜੀ ਨੇ ਈਵਨ ਕਿ ਐਬਸਫੋਰਡ ਜਿਹੜਾ ਸੀਗਾ ਉਹਨਾਂ ਦਾ ਪੁਲਿਸ ਚੀਫ, ਉਹਦੇ ਨਾਲ ਵੀ ਗੱਲ ਕੀਤੀ। ਹੋਇਆ ਕਿ ਪੇਰੈਂਟਸ ਕਹਿੰਦੇ ਨਹੀਂ ਜੀ ਅਸੀਂ ਪੁਲਿਸ ਇਨਵੋਲਵ ਨਹੀਂ ਕਰਨੀ। ਤੁਸੀਂ ਦੱਸੋ ਕਿੱਦਾਂ ਹੈਲਪ ਕਰ ਦਈਏ? ਠੀਕ ਹੈ ਨਾ। ਸੋ ਇਹ ਇਕੱਲੀ ਇੱਕ ਜਗ੍ਹਾ 'ਤੇ ਗੱਲ ਨਹੀਂ ਜੁੜੀ ਹੋਈ। ਜਿਹੜੇ ਤੇ ਗਾਣੇ ਨੇ, ਯੈਸ ਅਫਕੋਰਸ ਦੇ ਡੂ ਇਨਫਲੂਐਂਸ, ਪਰ ਕਿਉਂ? ਜਦੋਂ ਅਸੀਂ ਧਿਆਨ ਨਹੀਂ ਦੇ ਰਹੇ ਆਪਣੇ ਬੱਚਿਆਂ ਵੱਲ, ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਕਿ ਜੀ ਉਹਦੇ ਗਾਣੇ ਨੇ, ਫਲਾਣੇ ਦੇ ਗਾਣੇ ਨੇ। ਸਾਨੂੰ ਦੇਖਣਾ ਪੈਣਾ ਵੀ ਸਾਡੇ ਘਰੇ ਕੀ ਵੱਜਦਾ, ਜਾਂ ਸਾਡਾ ਨਿਆਣਾ ਕੀ ਸੁਣਦਾ, ਜਾਂ ਸਾਡੇ ਨਿਆਣੇ ਦੇ ਆਲੇ ਦੁਆਲੇ ਸਰਾਊਂਡਿੰਗ ਕਿੱਦਾਂ ਦੀ ਆ। ਹੁਣ ਸਰਾਊਂਡਿੰਗ ਸਾਨੂੰ ਪਤਾ ਨਹੀਂ ਵੀ ਸਾਡੇ ਨਿਆਣੇ ਦਾ ਦੋਸਤ ਕੌਣ ਆ, ਹੈ ਨਾ, ਕਿਹੜਾ ਉਹਨੂੰ ਮਿਲਦਾ, ਕਿਹੜਾ ਨਹੀਂ ਮਿਲਦਾ। ਮੈਂ ਕਿਉਂ ਕਿਸੇ ਨੂੰ ਬਲੇਮ ਕਰਾਂ? ਜੇ ਮੇਰਾ ਨਿਆਣਾ ਗਲਤ ਨਿਕਲੂਗਾ ਤਾਂ ਸਿਰਫ ਮੇਰਾ ਫਾਲਟ ਹੈ, ਕਿਸੇ ਹੋਰ ਦਾ ਫਾਲਟ ਨਹੀਂਗਾ। ਸੋਤਾ ਸਾਹਿਬ, ਜਿਹੜਾ ਹੁਣ ਉਹ ਸੰਜੇ ਦੱਤ ਨਾਲ ਆਪਣੇ ਆਪ ਨੂੰ ਮਿਲ ਰਿਹਾ, ਜਿਹੜਾ ਰੀਸੈਂਟ ਜਿੱਥੋਂ ਰੌਲਾ ਪਿਆ ਸਾਰਾ, ਜਿੱਥੋਂ ਕੇਸ ਪਿਆ, ਵੀ ਮੈਂ ਉਹ ਫੀਲਿੰਗ ਉਹਦੀ ਇਹ ਆ, ਸੰਜੇ ਦੱਤ ਨੇ ਕੀ ਕੀਤਾ ਵੀ ਉਹਨੇ ਗੈਰ ਕਾਨੂੰਨੀ ਉਹਦੇ ਕੋਲੋਂ ਹਥਿਆਰ ਫੜੇ ਗਏ। ਇਹ ਹੁਣ ਇਹ ਕਿਉਂ ਨਹੀਂ ਪ੍ਰਮੋਟ ਕਰੂਗਾ ਨਿਆਣੇ ਨੂੰ ਉਹ ਰੋਲ ਮਾਡਲ ਉੱਦਾਂ ਦੇ ਚੁਣਨ ਦੇ ਲਈ? ਜਾਂ ਕੀ ਉਹਦਾ ਆਪਣੇ ਆਪ ਨੂੰ ਉਹਦੇ ਨਾਲ ਇੱਕ ਰੋਲ ਮਾਡਲ, ਉਹ ਜੋ ਇੱਕ ਯੋਧਾ, ਇੱਕ ਬਹਾਦਰ, ਇੱਕ ਵਾਰੀਅਰ ਇੱਦਾਂ ਪੇਸ਼ ਕਰਨਾ ਠੀਕ ਆ? ਜਾਂ ਇਹ ਗੀਤ ਤੁਸੀਂ ਕਿੱਦਾਂ ਸਮਝਦੇ ਹੋ ਵੀ ਸੁਣ ਕੇ ਨਿਆਣੇ ਉੱਦਾਂ ਦੇ ਨਹੀਂ ਬਣਨਾ ਚਾਹਣਗੇ? ਭਾਜੀ ਟੂ ਬੀ ਆਨੈਸਟ, ਲੋਕੀ ਹੱਸਦੇ ਆ ਜਦੋਂ ਕੋਈ ਇਹੋ ਜਿਹਾ ਗਾਣਾ ਆਉਂਦਾ, ਕੁਛ ਆਉਂਦਾ ਨਾ, ਜਿਹੜੇ ਬੱਚਿਆਂ ਨੂੰ ਮਾੜਾ ਮੋਟਾ ਪਤਾ ਹੁੰਦਾ ਹੱਸਦੇ ਆ। ਇੱਥੇ ਦੇ ਨਿਆਣੇ ਜਿਹੜੇ ਨੇ, ਜਦੋਂ ਉਹ ਕੋਈ ਰੈਪ ਮਿਊਜ਼ਿਕ ਸੁਣਦੇ ਨੇ, ਉਹ 'ਚ ਵੱਧ ਬੰਦੂਕਾਂ, ਵੱਧ ਕੁਛ ਦਿਖਾਇਆ ਜਾਂਦਾ ਆ। ਦੇ ਰੀਅਲੀ ਡੋਂਟ ਕੇਅਰ। ਇਹ ਇੱਕ ਆਨੈਸਟ ਓਪੀਨੀਅਨ ਆ, ਪਿਛਲੇ 10 ਸਾਲ ਦਾ ਤਜਰਬਾ ਆ ਇਹਨਾਂ ਚੀਜ਼ਾਂ ਦੇ ਵਿੱਚ। ਦੇ ਡੋਂਟ ਕੇਅਰ। ਗਾਣਾ ਆਉਂਦਾ ਆ, ਸੁਣਦੇ ਨੇ, ਅਗਲਾ ਆ ਜਾਂਦਾ, ਅਗਲਾ ਸੁਣਦੇ, ਉਸ ਤੋਂ ਅਗਲਾ ਆ ਜਾਂਦਾ, ਅਗਲਾ ਸੁਣਦੇ ਆ। ਜੇ ਕੋਈ ਦਲਜੀਤ ਦਾ ਗਾਣਾ ਵਧੀਆ ਆਉਂਦਾ, ਦਲਜੀਤ ਦਾ ਵੀ ਸੁਣਦੇ ਨੇ, ਠੀਕ ਹੈ ਜੀ। ਨਿੰਜੇ ਦਾ ਨਿੰਜੇ ਦਾ ਵੀ ਸੁਣਦੇ ਨੇ। ਇੱਕ ਟੇਸਟ ਆ। ਇਹ ਥੋੜ੍ਹਾ ਵੀ ਸਵੇਰੇ 8 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਉਹਨਾਂ ਨੇ ਸਿੱਧੂ ਮੂਸੇ ਵਾਲਾ ਸੁਣਨਾ, ਨਹੀਂ। ਟੇਸਟ ਆ, ਜਦੋਂ ਜਿਹਦਾ ਜਿਹੜਾ ਦਿਲ ਕਰਦਾ ਬੰਦਾ ਉਹ ਸੁਣ ਲੈਂਦਾ। ਸੋ ਉਹ ਤੁਸੀਂ ਗੱਲ ਕਰਦੇ ਸੰਜੇ ਦੱਤ ਨਾਲ ਆਪਣੇ ਨੂੰ ਮੈਚ ਕਰਦਾ। ਆਈ ਐਮ ਰੀਅਲੀ ਸੌਰੀ ਟੂ ਸੇ ਦਿਸ, ਉਹਦੇ ਪੈਰ ਦੀ ਜੁੱਤੀ ਵਰਗਾ ਵੀ ਨਹੀਂ ਹੈਗਾ ਉਹ। ਸੰਜੇ ਦੱਤ ਨੇ, ਸੰਜੇ ਦੱਤ ਉਹਦੇ ਕਿ ਉਹਦੇ? ਸੰਜੇ ਦੱਤ ਦੀ ਪੈਰ ਦੀ ਜੁੱਤੀ ਵਰਗਾ ਵੀ ਨਹੀਂ ਸਿੱਧੂ ਮੂਸੇ ਵਾਲਾ। ਉਹ ਤਾਂ ਕਿਉਂਕਿ ਸੰਜੇ ਦੱਤ ਨੂੰ ਟਾੜਾ ਲੱਗੀ ਸੀ, ਉਹਦੀ ਜ਼ਿੰਦਗੀ ਗਲ ਗਈ ਜੇਲ੍ਹ 'ਚ, ਠੀਕ ਹੈ ਜੀ। ਕਿੰਨੀ ਵਾਰੀ ਵਿਚਾਰਾ ਬਾਹਰ ਆਇਆ, ਕਿੰਨੀ ਵਾਰੀ ਅੰਦਰ ਗਿਆ। ਬਾਅਦ 'ਚ ਉਹਦੇ ਉੱਤੇ ਫਿਲਮ ਵੀ ਬਣ ਗਈ ਸੰਜੂ, ਹੈ ਨਾ। ਸਾਨੂੰ ਨਹੀਂ ਪਤਾ ਕਿ ਫਿਲਮ ਦੇ ਵਿੱਚ ਉਹਨਾਂ ਨੇ ਕਿਹੜੀ ਸਟੋਰੀ ਕਿੱਦਾਂ ਘੁਮਾ ਕੇ ਦਿਖਾਈ, ਕਿੱਦਾਂ ਨਹੀਂ, ਸੱਚ ਆ ਕਿ ਝੂਠ ਆ। ਪਰ ਉਹ ਬੰਦੇ ਦੀ ਜਿਹੜੀ ਲਾਈਫ ਸੀ, ਇੱਕ ਇੰਨੀ ਸਟਰਗਲਿੰਗ ਲਾਈਫ ਸੀ। ਉਹ ਬੰਦਾ ਇੱਕ ਕੋਕ ਐਡਿਕਟ ਬੰਦਾ ਹੋ ਕੇ ਉਹ ਸਾਰੇ ਆਪਣੇ ਪੜਾਅ 'ਚੋਂ ਨਿਕਲ ਕੇ ਗਿਆ ਆ। ਇਹਨੇ ਕੀ ਕੀਤਾ ਆ? ਇਹਨੇ ਤਾਂ ਸਿਰਫ ਇੱਕ ਗਾਣਾ ਚੱਕ ਕੇ ਗਾ ਦਿੱਤਾ ਵੀ ਹਾਂ ਠੀਕ ਆ, ਵੀ ਇੱਕ ਸੰਜੇ ਦੱਤ ਨਾਲ ਆਪਣੇ ਨੂੰ ਕੰਪੇਅਰ ਕਰ ਲਿਆ।
ਫਿਰ ਜੇ ਕੰਪੇਅਰ ਹੀ ਕਰਨਾ ਤਾਂ ਫਿਰ ਪਲਾਸਟਿਕ ਵਾਲੇ ਪਿਸਤੌਲਾਂ ਦਾ ਨਾ ਰੌਲਾ ਪਾਵੇ, ਫਿਰ ਕਵੇ ਵੀ ਹਾਂ AK-47 ਚਲਾਈ ਆ ਤੇ ਭੁਗਤੇ। ਫਿਰ ਇਦਾਂ ਕਦੇ ਕਹਿੰਦਾ ਵੀ ਪਲਾਸਟਿਕ ਦੇ ਖਿਡੌਣੇ ਆ, ਫਿਰ ਭੁਗਤੇ ਵੀ ਹਾਂ ਯਾਰ ਮੈਂ ਚਲਾਈ ਆ ਤੇ ਮੈਂ ਚਲਾਈ ਆ। ਫਿਰ ਆਪਣੇ ਗਾਣਿਆਂ ਵਾਂਗੂ ਸਟੈਂਡ ਲਵੇ ਵੀ ਹਾਂ ਮੇਰਾ ਗਾਣਾ ਇਹ ਆ ਤੇ ਮੈਂ ਇਦਾਂ ਆ। ਸੋ ਆਈ ਡੋਂਟ ਥਿੰਕ ਸੋ ਕਿ ਕੋਈ ਬਾਹਲਾ ਫਰਕ ਪੈਂਦਾ। ਭਾਈ ਨਿਆਣੇ ਤਾਂ ਹੱਸਦੇ ਆ, ਇਟਸ ਅ ਟ੍ਰੈਂਡ, ਮੂਡ ਆ। ਕਿਸੇ ਦਿਲ ਕੀਤਾ ਰੋਮਾਂਟਿਕ ਗਾਣਾ ਸੁਣਨਾ, ਰੋਮਾਂਟਿਕ ਸੁਣ ਲਿਆ। ਕਿਸੇ ਨੇ ਸੁਣਨਾ ਕੋਈ ਇਦਾਂ ਜ਼ਰੂਰ ਸੁਣਨਾ, ਸਿੱਧੂ ਮੂਸੇ ਵਾਲਾ ਸੁਣਦੇ ਨੇ, ਨਿੰਜਾ ਬਹੁਤ ਸੁਣਿਆ ਜਾਂਦਾ, ਕਰਨ ਔਜਲਾ ਬਹੁਤ ਸੁਣਿਆ ਜਾਂਦਾ। ਹੁਣ ਕਰਨ ਔਜਲੇ ਦੇ ਕਈ ਗਾਣੇ ਜਿਹੜੇ ਬਹੁਤ ਵਧੀਆ ਨੇ, ਲੋਕੀ ਸੁਣਦੇ ਨੇ, ਪਸੰਦ ਕਰਦੇ ਨੇ, ਪਰ ਉਹਦੇ ਵੀ ਕਈ ਗਾਣੇ ਜਿਹੜੇ ਲੜਾਈ ਧੜਾਈ ਵਾਲੇ ਇਹਦੇ ਅਕੋਰਡਿੰਗਲੀ ਆਏ ਹੋਏ ਨੇ। ਜਿਵੇਂ ਸੀਗਾ ਕੋਈ ਲਿਫਾਫੇ ਗਾਣਾ ਪਹਿਲਾਂ ਗਾਇਆ ਉਹਨੇ, ਫਿਰ ਸਿੱਧੂ ਨੇ ਉਹਦਾ ਰਿਪਲਾਈ ਕੀਤਾ। ਆਪਸ ਲੱਗੇ ਰਹਿੰਦੇ ਨੇ, ਲੱਗੇ ਰਹਿਣ ਦੋ, ਪਰ ਲੋਕਾਂ ਵਾਸਤੇ ਇੱਕ ਐਂਟਰਟੇਨਮੈਂਟ ਆ, ਹਾਸਾ ਮਜ਼ਾਕ ਆ ਵੀ ਹਾਂ ਕੋਈ ਨਹੀਂ ਲੱਗੇ ਰਹਿਣ ਦੋ। ਆਈ ਡੋਂਟ ਥਿੰਕ ਸੋ ਵੀ ਇੱਥੇ ਨਿਆਣੇ ਜਾ ਕੇ ਪਿੱਛੇ ਜਾ ਕੇ ਲੜਦੇ ਝਗੜਦੇ ਨੇ, ਕੁਛ ਕਰਦੇ ਨੇ, ਨਹੀਂ। ਅਤੁਲ ਸਾਹਿਬ, ਤੁਸੀਂ ਮੀਡੀਆ ਨਾਲ ਬੜੇ ਲੰਬੇ ਸਮੇਂ ਤੋਂ ਸੰਬੰਧਿਤ ਆ। ਗੱਲ ਫਿਰ ਉੱਥੇ ਹੀ ਆ ਗਈ ਵੀ ਇਹ ਕਹਿੰਦੇ ਇਹਨਾਂ ਦੀ ਗੱਲ ਸੱਚੀ ਆ ਵੀ ਨਿਆਣੇ ਕੇਅਰ ਨਹੀਂ ਕਰਦੇ, ਉਹਨਾਂ ਨੇ ਗੀਤ ਸੁਣਿਆ, ਉਹ ਗਿਆ, ਕੱਲ੍ਹ ਨੂੰ ਦੂਜਾ ਆ ਗਿਆ। ਇਹ ਫਿਰ ਮੀਡੀਆ ਵਾਲੇ ਕਿਉਂ ਰੌਲਾ ਪਾਈ ਜਾਂਦੇ ਆ? ਜਾਂ ਆਪਾਂ ਕਿਉਂ ਗੱਲ ਕਰਦੇ ਹਾਂ? ਜਾਂ ਸਿੱਧੂ ਨੂੰ ਕੀ ਲੋੜ ਪੈ ਗਈ ਵੀ ਉਹਨੂੰ ਗਾਲਾਂ ਕੱਢਣੀਆਂ ਪੈ ਗਈਆਂ ਪੱਤਰਕਾਰਾਂ ਨੂੰ? ਉਹਨੂੰ ਤਾਂ ਕੇਅਰ ਹੀ ਨਹੀਂ ਸੀ ਕਰਨੀ ਚਾਹੀਦੀ ਵੀ ਇਹ ਜੋ ਮਰਜ਼ੀ ਬੋਲੀ ਜਾਣ। ਮੇਰੇ ਤਾਂ 17 ਮਿਲੀਅਨ ਵਿਊ 4 ਦਿਨ 'ਚ ਹੋ ਰਹੇ ਆ। ਤੁਹਾਨੂੰ ਕੀ ਲੱਗਦਾ ਕੀ ਮਸਲਾ? ਅਜੇ ਕੇਅਰ ਤਾਂ ਜੇ ਉਹ ਅਕਲ ਵਾਲਾ ਹੋਵੇ, ਦੂਜੇ ਪਾਸੇ ਇੱਕ ਅਕਲ ਵਾਲਾ ਹੱਦੋਂ ਵੱਧ ਲੱਗਦਾ, ਇੱਕ ਪਾਸੇ ਉਹ ਅਕਲ ਵਾਲਾ ਬਹੁਤ ਘੱਟ ਲੱਗਦਾ। ਜਦੋਂ ਤਾਂ ਉਹਨੂੰ ਕੰਟਰੋਵਰਸੀ ਕਰਕੇ ਤਾਂ ਗੀਤ ਕੱਢਣਾ ਹੁੰਦਾ, ਉਦੋਂ ਤਾਂ ਉਹ ਲੱਗਦਾ ਬਹੁਤ ਅਕਲ ਵਾਲਾ। ਅਤੇ ਜਦੋਂ ਉਹਦੇ ਗੱਲਾਂ, ਉਹਦੇ ਗਾਣੇ ਦੇ ਬੋਲ ਸੁਣਦੇ ਆ, ਫਿਰ ਸੁਣਨ ਤੋਂ ਬਾਅਦ ਫਿਰ ਬਹੁਤ ਜ਼ਿਆਦਾ ਘੱਟ ਅਕਲ ਵਾਲਾ ਵੀ ਲੱਗਦਾ ਆ। ਕਿਉਂ? ਉਹਦਾ ਕਾਰਨ ਇਹ ਆ ਕਿ ਲੱਗਦਾ ਵੀ ਉਹਨੂੰ ਜਿਹੜੀ ਸ਼ੋਹਰਤ ਸੀਗੀ, ਉਹ ਹੁਣ ਜਿਹੜੀ ਜਾ ਕੇ ਜਿੱਥੇ ਸਿਖਰ 'ਤੇ ਉਹ ਪਹੁੰਚ ਗਿਆ ਸੀਗਾ, ਉੱਥੇ ਜਾ ਕੇ ਸੰਭਲਣ ਦੀ ਲੋੜ ਸੀਗੀ, ਉਹਦੇ ਕੋਲ ਸੰਭਲ ਨਹੀਂ ਹੋ ਰਹੀ। ਇੱਕ ਪਾਸੇ ਇਹ ਲੱਗੀ ਜਾਣਾ, ਹੁਣ ਦੂਜੇ ਪਾਸੇ ਕਹਿਣ ਦਾ ਮਤਲਬ ਦਿਮਾਗ ਖਰਚਣ ਵਾਲੇ ਅਸੀਂ ਰਹਿ ਗਏ। ਉਹ ਪਤਾ ਨਹੀਂ ਕੀ ਕਰੀ ਜਾਂਦਾ ਉਹਨੂੰ। ਖਰੇ ਤਾਂ ਇੱਕ ਪਾਸੇ ਤਾਂ ਪੁਲਿਸ ਵਾਲੇ ਵਰਤੀ ਜਾਂਦੇ ਆ, ਦੂਜੇ ਪਾਸੇ ਉਹ ਸਮਝਦਾ ਮੈਂ ਪੁਲਿਸ ਨੂੰ ਵਰਤੀ ਜਾਂਦਾ। ਹੈਗੇ ਦੋਨੇ ਆਪਸ ਵਿੱਚ ਚਲਾਕ ਬਣਦਾ ਉਹ, ਪਰ ਅੰਤ ਮਾੜਾ ਹੋਣਾ। ਪੁਲਿਸ ਨਾਲ ਖੇਡਣ ਵਾਲਾ ਜਿਹੜਾ ਇਹ ਕੰਮ ਆ ਨਾ, ਜਿੱਦਣ ਪੁਲਿਸ ਨੇ ਫਿਰ ਮਾੜਾ ਜਿਹਾ ਪਾਸਾ ਐਂ ਕੀਤਾ ਨਾ, ਉਦਣ ਸਿੱਧੂ ਨਹੀਂ ਰਹਿਣਾ, ਉਦਣ ਬਹੁਤ ਔਖਾ ਹੋਊਗਾ। ਪਰ ਹਾਲੇ ਉਹ ਸਮਝਣ ਦੇ ਨਾ ਤਾਂ ਉਹ ਸਮਝਦਾ, ਨਾ ਹੀ ਉਹਦੇ ਜਿਹੜੇ ਚੇਲੇ ਬਾਲਕੇ ਆ। ਚੱਕਦੇ ਬਾਈ ਟਿੱਬਿਆਂ ਦਾ ਪੁੱਤ, ਕੋਈ ਕਿਸੇ ਦਾ ਪੁੱਤ ਦੱਸੀ ਜਾਂਦਾ, ਕੋਈ 59-11 ਦੱਸੀ ਜਾਂਦਾ। ਇਹ 59-11 ਦੇ ਮਗਰ ਫਿਰ ਹੈ ਨਾ, ਟਿੱਲਰ ਕਿਸੇ ਨੇ 13 ਨਹੀਂ ਦੇਖਣੇ, 15 ਨਹੀਂ ਦੇਖਣੇ। ਉਦਣ ਕਿਸੇ ਨੇ ਪਿੱਛੇ ਖੜਨਾ ਨਹੀਂ, ਉਹਨੂੰ ਧੱਕਾ ਲਾਉਣ ਨਹੀਂ ਆਉਣਾ ਵੀ ਫਸਿਆ ਇਹਨੂੰ ਕਢਾ ਦਈਏ। ਇਹ ਇਹਨੂੰ ਯਾਦ ਰੱਖਣਾ ਚਾਹੀਦਾ। ਹੁਣ ਉਹ ਜ਼ਰੂਰ ਆ ਕੰਟਰੋਵਰਸੀਆਂ ਕਰ ਕਰਕੇ ਤੇ ਗਾਹਾਂ ਆ ਵੀ ਹੁਣ ਮਾੜੀ ਜਿਹੀ ਵੀ ਗੱਲ ਹੁੰਦੀ ਆ, ਕਦੀ ਕਿਰਪਾਨ ਤੇ ਰੋਟੀ ਤਾਂ ਕਦੀ ਉਹ AK-47 ਤੇ ਤਾਂ ਕਦੀ ਕਾਹੇ ਤੇ ਇਹ 59-11 ਦੇ ਕਹਿਣ ਦਾ ਮਤਲਬ ਵੀ ਉਹੀ ਆਪਣੇ ਆਪ ਨੂੰ ਵੀ ਉਹੀ ਸਮਝਦਾ ਵੀ ਮੈਂ 59-11 ਆ, ਇਹੋ ਸ਼ੋਅ ਕਰਦਾ। ਪਰ ਇਹ ਮਾੜਾ ਹੋਊਗਾ। ਬਾਕੀ ਜਿਹੜੀ ਉਹ ਤੁਸੀਂ ਬੱਚਿਆਂ ਦੀ ਗੱਲ ਕੀਤੀ ਸੀ, ਉਹ ਬੱਚੇ ਇੱਥੇ ਵਾਲੇ ਨਹੀਂ ਕੇਅਰ ਕਰਦੇ ਹੈਗੇ। ਉੱਥੇ ਵਾਲੇ ਜਿਹੜੇ ਆ ਕੁਛ % ਇੱਦਾਂ ਦੇ ਹੈਗੇ ਆ ਜਿਹੜੇ ਚੱਕਦੇ ਵਾਲੇ ਭਗਤ ਹੁੰਦੇ ਆ ਨਾ, ਸੱਚੇ ਮਗਰ ਲੱਗੇ ਉਹ ਅੰਨੇ ਭਗਤ ਜਿਹੜੇ ਆ ਨੇ ਵੀ ਦੇਖਣਾ ਨਹੀਂ ਕੁਛ ਵੀ ਮੈਂ ਹੀ ਬਾਈ ਦੇ ਮਗਰ ਆ। ਬਾਈ ਚੱਕਦੇ ਤਾਂ ਬਾਈ ਉਹਨਾਂ ਦੀਆਂ ਗੱਲਾਂ ਦੇ ਵਿੱਚ ਹੀ ਆ ਕੇ ਸਟੇਜ 'ਤੇ ਫਿਰ ਕੁਛ ਨਾ ਕੁਛ ਇੱਧਰ ਉੱਧਰ ਦੀਆਂ ਗਾਲਾਂ ਗੂਲਾਂ ਕੱਢ ਜਾਂਦਾ, ਜਿਹੜੀਆਂ ਕਦੀ ਕਿਸੇ ਨੂੰ ਕੱਢਤੀਆਂ, ਉਹ ਮਗਰ ਤਾੜੀਆਂ ਵੱਜ ਜਾਂਦੀਆਂ। ਉਹਨੇ ਦੇ ਨਾਲ ਉਹਦੀ ਬੱਲੇ ਬੱਲੇ ਹੋ ਜਾਂਦੀ ਆ। ਉਹ ਕਲਿੱਪ ਫਿਰ ਸੋਸ਼ਲ ਮੀਡੀਆ 'ਤੇ ਪੈ ਜਾਂਦੇ ਆ। ਉਹਦੇ ਨਾਲ ਹੋਰ ਆ, ਅੱਧੇ ਉਹਨੂੰ ਕਹੀ ਜਾਂਦੇ ਗਾਲਾਂ ਕੱਢੀ ਜਾਂਦੇ, ਅੱਧੇ ਉਹਦੇ ਨਾਲ ਪਿੱਛੇ ਜਿਹੜੇ ਆ ਵੀ ਉਹ ਜਿਹੜੇ ਗਾਲਾਂ ਕੱਢਣ ਵਾਲੇ ਉਹਨਾਂ ਨੂੰ ਕੱਢੀ ਜਾਂਦੇ ਆ। ਜਾਣੀ ਐਂਟਰਟੇਨਮੈਂਟ ਫੇਰ ਡਬਲ ਹੋਈ ਜਾਂਦਾ ਸਾਰੇ ਪਾਸੇ ਹੀ। ਪਰ ਉਹਦੇ ਨਾਲ ਅੰਤ ਜਿਹੜਾ ਹੁੰਦਾ ਆ, ਅੱਤ ਤੇ ਖੁਦਾ ਦਾ ਜਿਹੜਾ ਕਹਿੰਦੇ ਹੁੰਦੇ ਨਾ, ਇਹ ਬੈਰ ਮਾੜਾ ਆ। ਇਹ ਇੱਕ ਦਿਨ ਜੇ ਐਸੇ ਹੀ ਚੱਲਦਾ ਰਿਹਾ ਤਾਂ ਮੇਰੇ ਹਿਸਾਬ ਨਾਲ ਲੈ ਡੁੱਬੂਗਾ। ਜੇ ਹਾਲੇ ਉਹ ਚਲਾਕੀਆਂ ਕਰ ਕੇ ਜਿਹੜੇ ਆਪਣੇ ਵਿਊ ਵਧਾਉਂਦਾ ਆ, ਉਹ ਵਧਾ ਕੇ ਤਾਂ ਸੈੱਟ ਹੋ ਜਾਵੇ, ਫੇਰ ਚੱਲੀ ਜਾਊਗਾ। ਇੱਕ ਦੂੜਾ ਸਾਹਿਬ ਜਾਂ ਸੋਤਾ ਸਾਹਿਬ, ਅਸੀਂ ਜਿਹੜੀ ਗੱਲ ਕਰਦੇ ਹਾਂ, ਉਹਦੇ ਪਿੰਡ ਜਾ ਕੇ ਬਹੁਤ ਸਾਰੇ ਲੋਕਾਂ ਨੇ, ਮੀਡੀਆ ਵਾਲਿਆਂ ਨੇ ਪੁੱਛਿਆ ਵੀ ਇਹ ਬੰਦਾ ਕਿੱਦਾਂ ਦਾ ਆ। ਪਿੰਡ ਸਾਰੇ ਦਾ ਸਾਰਾ ਇੱਕ ਪਾਸੇ ਉਹਦੀ ਸਿਫਤ ਕਰਦਾ ਜਾਂ ਦਿਖਾਉਂਦੇ ਉਹ ਆ। ਉਹ ਕਹਿੰਦੇ ਜੀ ਇਹ ਭੱਜ ਗਿਆ ਜਿੰਦਾ ਲਾ ਕੇ। ਉਹਦੇ ਪਿਤਾ ਜੀ ਕਹਿੰਦੇ ਵੀ ਅਸੀਂ 3 ਜਣੇ ਘਰ 'ਚ ਹੈਗੇ ਹਾਂ, ਜਦੋਂ ਵੀ ਕਿਤੇ ਜਾਂਦੇ ਤਿੰਨੋਂ ਹੀ ਜਾਂਦੇ ਤੇ ਜਿੰਦਾ ਲਾ ਕੇ ਜਾਂਦੇ। ਇਹਦਾ ਮਤਲਬ ਇਹ ਨਹੀਂ ਵੀ ਅਸੀਂ ਭੱਜ ਗਏ। ਪਿੰਡ ਦੇ ਲੋਕ ਕਹਿੰਦੇ ਵੀ ਇਹਨੇ ਸਾਡੇ ਪਿੰਡ ਦਾ ਨਾਂ ਉੱਚਾ ਕਰ ਦਿੱਤਾ। ਜਿਹੜੀਆਂ ਬਜ਼ੁਰਗ ਔਰਤਾਂ ਉਹਨਾਂ ਦੇ ਪਿੰਡ ਦੀਆਂ, ਉਹ ਕਹਿੰਦੀਆਂ ਵੀ ਅਸੀਂ ਜਿੱਥੇ ਜਾ ਕੇ ਕਹਿੰਦੇ ਉਹ ਪੁੱਛਦੇ ਵੀ ਤੁਸੀਂ ਮੂਸੇ ਤੋਂ ਆ, ਅਤੇ ਸਾਨੂੰ ਉਹ ਕਹਿੰਦੇ ਮਾਣ ਬੜਾ ਇਸ ਗੱਲ ਦਾ। ਉਹ ਕਹਿੰਦੇ ਸਾਡੇ ਨਾਲ ਹੀ ਇੱਥੇ ਵਾਲੀਬਾਲ ਖੇਡਦਾ, ਸਾਡੇ ਨਾਲ ਹੀ ਰਹਿੰਦਾ, ਚੰਡੀਗੜ੍ਹ ਉਹਨੇ ਕੋਠੀ ਨਹੀਂ ਪਾਈ, ਉਹ ਪਿੰਡ 'ਚ ਹੀ ਰਹਿ ਰਿਹਾ। ਉਹ ਜਿਹੜਾ ਅੱਛਾ, ਜਦੋਂ ਉਹਦੇ ਨਾਲ ਸਿੱਧੂ ਮੂਸੇਵਾਲੇ ਦੀ ਤੁਸੀਂ ਕਦੇ ਇੰਟਰਵਿਊ ਦੇਖ ਲਓ, ਬੜਾ ਹੰਬਲ ਨਜ਼ਰ ਆਉਂਦਾ
ਵੀ ਦੇਖੋ ਜੀ ਇਹ ਤਾਂ ਗਲਤੀ ਹੋ ਗਈ, ਜਾਂ ਮੈਂ ਅਜੇ ਸਿੱਖ ਰਿਹਾ, ਇਹ ਤਾਂ ਮੈਂ ਤਾਂ ਇਦਾਂ ਹੀ ਕਰਦਾ ਆ, ਉਹ ਇੱਕ ਬੜੀ ਵੱਖਰੀ ਜੀ ਪਰਸਨੈਲਿਟੀ ਸਾਹਮਣੇ ਆਉਂਦੀ ਆ। ਔਰ ਉਹਦੇ ਪਿੱਛੇ ਕਿਤੇ ਇਹ ਵੀ ਕਿਹਾ ਜਾਂਦਾ ਵੀ ਸਾਰਾ, ਕਿਉਂਕਿ ਇੰਡਸਟਰੀ ਜਿਹੜੀ ਆ ਉਹ ਵਿਹਲੀ ਹੋ ਗਈ ਆ, ਜਾਂ ਕਹਿ ਲਓ ਉਹਨਾਂ ਨੂੰ ਉਹ ਪੁੱਛ ਗਿੱਛ ਨਹੀਂ ਰਹੇ ਜੇ ਫਿਲਮਾਂ ਨਾ ਹੁੰਦੀਆਂ ਜਿੰਨਾ ਇਹਦੀ ਜਿਹੜੀ ਇਹਦੀ ਚੜ੍ਹਾਈ ਹੋ ਗਈ ਆ। ਕੀ ਲੱਗਦਾ, ਦੋ ਸਾਡੇ ਮੂਹਰੇ ਪਰਸਨੈਲਿਟੀਜ਼ ਉਹਦੀਆਂ ਸਿੱਧੂ ਮੂਸੇਵਾਲੇ ਦੀਆਂ ਨਜ਼ਰ ਆ ਜਾਂਦੀਆਂ। ਇੱਕ ਪਿੰਡ ਦਾ ਗਰੀਬ ਘਰ ਚੋਂ ਉੱਠਿਆ ਮੁੰਡਾ, ਸਟੂਡੈਂਟ, ਇੱਥੇ ਆਇਆ, ਪੱਕਾ ਹੋਇਆ, ਤੇ ਉਹਨੇ ਇੱਕ ਉਹ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਸੋਚਿਆ ਨਹੀਂ ਜਾ ਸਕਦਾ। ਦੂਜਾ ਇੱਕ ਵਿਗੜਿਆ ਆ, ਉਹਦੇ ਵਿੱਚ ਗਨ ਕਲਚਰ ਉਹਨੂੰ ਪ੍ਰਮੋਟ ਕਰਕੇ ਨਿਆਣਿਆਂ ਨੂੰ ਵਿਗਾੜਨ ਵਾਲਾ। ਇਹ ਦੋ ਪਰਸਨੈਲਿਟੀ ਨੂੰ ਤੁਸੀਂ ਕਿੱਦਾਂ ਦੇਖਦੇ ਜੀ? ਭਾਈ ਜਿਹੜਾ ਉਹਦੇ ਕਹਿੰਦੇ ਦੋ ਪਰਸਨੈਲਿਟੀਆਂ, ਦੇਖੋ ਹੁਣ ਜਿਹੜੇ ਦੇ ਪਿੰਡ ਮੀਡੀਆ ਗਿਆ ਜਾਂ ਬਾਅਦ ਚ ਦੂਜਾ ਮੀਡੀਆ ਗਿਆ, ਜਾਂ ਜਿਨ੍ਹਾਂ ਨੇ ਪੋਜ਼ਿਟਿਵ ਨੈਗੇਟਿਵ ਚੀਜ਼ਾਂ ਕੀਤੀਆਂ, ਉਹ ਇੱਕ ਸਾਰਾ ਮੇਰੇ ਅਕੋਰਡਿੰਗਲੀ ਤਾਂ ਇੱਕ ਸਟ੍ਰੈਟਜੀਜ਼ ਹੁੰਦੀਆਂ ਨੇ ਵੀ ਹਾਂ ਹੁਣ ਇਹਨਾਂ ਨੇ ਸਾਡੀ ਬਦਨਾਮੀ ਕਰਤੀ, ਹੁਣ ਅਸੀਂ ਆਪਦੇ ਬੰਦੇ ਸੱਦ ਲਈਏ। ਜਿਹਦੇ ਕੋਲ ਇੰਨੇ ਪੈਸੇ ਨੇ, ਇੰਨੀ ਮਡੀਰ ਤੁਰੀ ਫਿਰਦੀ ਆ, ਆਫ ਕੋਰਸ ਉਹਦੇ ਲਈ ਤਾਂ ਈਜ਼ੀ ਹੋਈ ਆ। ਹੁਣ ਮੀਡੀਆ ਨੂੰ ਕੀ ਚਾਹੀਦਾ, ਵਿਊ ਵਧਾਉਣ ਵਾਸਤੇ ਤਾਂ ਕੁਝ ਵੀ ਕਰ ਲੈਣਗੇ ਉਹ। ਹੁਣ ਭਾਜੀ ਨੇ ਕਿ ਕਲੀਅਰ ਕੀਤਾ ਸੀ ਕਿ ਕਿੰਨੇ ਆਨਲਾਈਨ ਚੈਨਲ ਖੁੱਲ੍ਹ ਗਏ, ਕਿੰਨਾ ਪੋਸਟਾਂ ਪੈਂਦੀਆਂ, ਸਾਰਾ ਕੁਝ ਹੁੰਦਾ, ਰਾਈਟ। ਉਹ ਇੱਕ ਜ਼ਰੀਆ ਬਣ ਗਿਆ ਵੀ ਹਾਂ ਵੀ ਹੁਣ ਅੱਜ ਇਹ ਬੰਦੇ ਚੜ੍ਹਾਈ ਆ ਤੇ ਬਸ ਚੱਕ ਦੋ ਫੱਟੇ, ਚਾਹੇ ਪੋਜ਼ਿਟਿਵ ਹੈ ਚਾਹੇ ਨੈਗੇਟਿਵ ਆ। ਹੁਣ ਉਹਦੇ ਪਿੰਡ ਨਾ ਤਾਂ ਤੁਸੀਂ ਗਏ ਹੋ, ਨਾ ਮੈਂ ਗਿਆ, ਨਾ ਭਾਜੀ ਗਏ ਆ, ਸਾਨੂੰ ਨਹੀਂ ਪਤਾ। ਹਾਂ ਕਈ ਬੰਦੇ ਚੰਗੀਆਂ ਗੱਲਾਂ ਕਰਦੇ, ਕਈ ਮਾੜੀਆਂ ਕਰਦੇ ਆ। ਬਾਕੀ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਉਹ ਹੰਬਲ ਪਰਸਨੈਲਿਟੀ ਆ, ਕੈਮਰੇ ਮੂਹਰੇ ਇੰਟਰਵਿਊ 'ਚ ਇੱਦਾਂ ਬੋਲਦਾ ਆ, ਉੱਦਾਂ ਗਾਉਂਦਾ ਆ, ਜਾ ਕੇ ਆਪਣਾ ਅਗਰੈਸਿਵ ਗਾਉਂਦਾ ਹੈ, ਜਾਂ ਗੰਨਾਂ ਉੱਤੇ ਗਾਉਂਦਾ ਹੈ, ਕਿਸੇ ਵੀ ਚੀਜ਼ ਉੱਤੇ ਗਾਉਂਦਾ ਹੈ ਨਾ ਬਾਹਰ ਜਾ ਕੇ। ਉਹ ਜਦੋਂ ਆਪਣੀ ਕਲਮ ਨਾਲ ਲਿਖਦਾ ਆ, ਉਦੋਂ ਤਾਂ ਸਿਰਫ ਉਹ ਇਹ ਸੋਚ ਕੇ ਰੱਖ ਲਿਆ ਕਿ ਮੈਂ ਕਮਰਸ਼ਲਾਈਜ਼ ਲਿਖਣਾ, ਤੇ ਜਿਹੜਾ ਮੇਰਾ ਚੱਲਣਾ, ਜਿੱਥੋਂ ਮੈਨੂੰ ਪੈਸੇ ਆਉਣੇ, ਜਿੱਥੋਂ ਮੇਰੀ ਫੈਨ ਫੋਲੋਇੰਗ ਵਧਣੀ, ਜਿੱਥੇ ਮੇਰੇ ਸ਼ੋਅ ਹੋਣੇ ਨੇ। ਹੁਣ ਜਿੰਨੇ ਮੇਰੇ ਖਿਆਲ ਤੋਂ ਸ਼ੋਅ ਉਹਦੇ ਕ੍ਰਾਸ ਵਰਲਡ ਹੋਏ ਹੋਣਗੇ, ਉਹਨੇ ਕਿਸੇ ਦੇ ਵੀ ਨਹੀਂ ਹੋਏ ਹੋਣੇ। ਉਹਦੇ ਇੱਕ ਗਾਣਾ ਆਇਆ ਸੀ ਸਟੀਲ ਬੈਂਗਲਸ, ਕਿਸੇ ਕਾਲੇ ਰੈਪਰ ਦੇ ਨਾਲ, ਰਾਈਟ। ਹੁਣ ਉਹਦਾ ਜਿਹੜਾ ਅਗਲਾ ਹੈਗਾ ਡਰੇਕ ਨਾਲ ਆਉਣਾ, ਰਾਈਟ। ਹਾਂਜੀ, ਸੋ ਅਫਕੋਰਸ ਉਹ ਬੰਦਾ ਕੰਮ ਕਰ ਰਿਹਾ ਆ, ਠੀਕ ਹੈ। ਉਹ ਕੰਮ ਕਰ ਰਿਹਾ, ਤਾਂ ਕੰਮ ਇਸ ਤਰੀਕੇ ਕਰ ਰਿਹਾ ਕਿ ਉਹਨਾਂ ਦਾ ਟਾਰਗੇਟ ਪਤਾ, ਮੈਂ ਆਪਣਾ ਟਾਰਗੇਟ ਅਚੀਵ ਕੀ ਕਰਨਾ। ਉਸ ਬੰਦੇ ਦਾ ਲੱਖ ਜੋ ਮਰਜ਼ੀ ਅਸੀਂ ਕਹਿ ਲਈਏ, ਜਿੰਨੇ ਮਰਜ਼ੀ ਉਹਨੂੰ ਮਾੜਾ ਕਹਿ ਲਈਏ, ਚੰਗਾ ਕਹਿ ਲਈਏ, ਜਦੋਂ ਉਹਦਾ ਗਾਣਾ ਰਿਲੀਜ਼ ਹੁੰਦਾ, ਜਿਹੜਾ ਵਰਲਡ ਟੌਪ ਚਾਰਟ ਬਿਲਬੋਰਡ ਹੁੰਦਾ, ਉਸ ਬੰਦੇ ਦੇ ਗਾਣੇ ਨੰਬਰ 1 ਹਿੱਟ ਕੀਤੇ ਨੇ। ਜਦੋਂ ਕਿ ਉਹਦੇ ਨਾਲ ਦੇ ਜੇ ਗੋਰੇ ਰੈਪਰ ਜਾਂ ਕਾਲੇ ਰੈਪਰ ਕੋਈ ਵੀ ਗਾਣਾ ਕੱਢਦਾ, ਉਹਨਾਂ ਨੂੰ ਵੀ ਉਹਦਾ ਗਾਣਾ ਕੱਟਿਆ ਹੁੰਦਾ। ਕੋਈ ਤਾਂ ਰੀਜ਼ਨ ਹੋਊਗਾ। ਹੁਣ ਵਰਲਡ ਚਾਰਟ ਵਾਲਿਆਂ ਤੋਂ ਜਾ ਕੇ ਪੈਸੇ ਨਹੀਂ ਦੇਣ ਲੱਗਾ, ਕੁਛ ਤਾਂ ਕਰ ਰਿਹਾ ਨਾ, ਉਹ ਆਪਣਾ ਕੰਮ ਕਰ ਰਿਹਾ, ਆਪਦੀ ਮਿਹਨਤ ਕਰ ਰਿਹਾ। ਸੋ ਜਿਹੜੀ ਸਪਲਿਟ ਪਰਸਨੈਲਿਟੀ ਦੀ ਗੱਲ ਕਰਦੇ ਆ, ਅਫਕੋਰਸ ਭਾਜੀ ਮੀਡੀਆ ਜਾ ਕੇ ਥੋੜ੍ਹਾ ਨਾ ਕਹੂਗਾ ਵੀ ਹਾਂ ਮੈਂ ਬੰਦੂਕ ਚੱਕ ਕੇ ਹੁਣ ਤੁਹਾਡੇ ਨਾਲ ਇੱਦਾਂ ਗੱਲ ਕਰਨੀ ਹੈ, ਤੁਹਾਡੇ ਕੋਲ ਆਊਗਾ AK-47 ਟੇਬਲ 'ਤੇ ਰੱਖ ਕੇ ਫੇਰ ਗੱਲ ਕਰੂਗਾ, ਨਹੀਂ। ਉਹ ਤਾਂ ਉਹਨੇ ਇੱਕ ਦੋ ਸਾਈਡਾਂ ਨੇ। ਹੁਣ ਜਿਹੜਾ ਬੰਦਾ ਜਿਹੜਾ ਕੰਮ ਕਰਦਾ ਆ, ਜਾਂ ਉਹ ਆਪਣੇ ਕੰਮ ਬਾਰੇ ਮਾਫੀ ਵੀ ਮੰਗੂਗਾ, ਕਿਉਂਕਿ ਉਹਨੂੰ ਪਤਾ ਆ ਵੀ ਰੌਲਾ ਪੈਣਾ। ਪਿੱਛੇ ਜੇ ਦਰਬਾਰ ਸਾਹਿਬ ਜਾ ਕੇ ਵੀ ਮਾਫੀ ਮੰਗ ਕੇ ਆਇਆ ਸੀ, ਉਹ ਰੌਲਾ ਪਿਆ ਸੀ, ਹੈ ਨਾ, ਮਾਈ ਭਾਗੋ ਜੀ ਉੱਤੇ ਉਹਨੇ ਗਾਣਾ ਗਾ ਦਿੱਤਾ ਸੀ। ਉਹਨੂੰ ਕਿਹੜਾ ਨਹੀਂ ਸੀ ਪਤਾ ਵੀ ਗਾਣੇ 'ਚ ਮੈਂ ਕੀ ਗਾਉਣ ਲੱਗਾ, ਠੀਕ ਹੈ ਨਾ। ਸੋ ਇੱਕ ਸਟ੍ਰੈਟਜੀ ਹੁੰਦੀ ਆ, ਹਰੇਕ ਦੀ ਇੱਕ ਆਪਣੀ ਆਪਣੀ ਪਲੈਨਿੰਗ ਆ। ਕੋਈ ਉਹਨੂੰ ਕਿੱਦਾਂ ਯੂਜ਼ ਕਰਦਾ, ਕੋਈ ਉਹਨੂੰ ਕਿੱਦਾਂ ਯੂਜ਼ ਕਰਦਾ ਆ। ਸੋ ਉਹਦੀ ਇਸ ਵੇਲੇ ਫਿੱਟ ਬਹਿੰਦੀ ਆ। ਦੈਟਸ ਵਾਟ ਆਈ ਕੈਨ ਸੇ। ਮੈਨੂੰ ਤਾਂ ਕਦੇ ਕਦੇ ਉਹ ਸਿਆਸਤਦਾਨ ਲੱਗਦਾ, ਕਦੀ ਬਿਜ਼ਨਸਮੈਨ ਲੱਗਦਾ। ਬਿਜ਼ਨਸਮੈਨ ਇੱਦਾਂ ਲੱਗਦਾ ਆ ਵੀ ਜਦੋਂ ਆਪਣੇ ਗੀਤ ਦੀ ਪ੍ਰਮੋਸ਼ਨ ਕਰਨੀ ਹੁੰਦੀ ਆ, ਤਾਂ ਉਦੋਂ ਉਹ ਇਹੋ ਜਿਹੀਆਂ ਲੁੱਚ ਘੜੂਚੀਆਂ ਜਿਹੀਆਂ ਕਰਦਾ, ਜਿਹਨੂੰ ਪੰਜਾਬੀ 'ਚ ਲੁੱਚ ਘੜੂਚੀਆਂ ਹੀ ਕਹਿੰਦੇ ਆ। ਅਤੇ ਦੂਜੇ ਪਾਸੇ ਆ ਸਿਆਸਤ, ਅਤੇ ਪਹਿਲਾਂ ਉਹ ਕੰਟਰੋਵਰਸੀ ਆਪਣੇ ਵਿਰੁੱਧ ਖੜੀ ਕਰਦਾ, ਦੂਜੀ ਵਾਰੀ ਜਾ ਕੇ ਨਾਲ ਹੀ ਗੋਲ ਲੱਕੜੀਆਂ ਘੁੰਮ ਕੇ ਤਾਂ ਮਾਫੀ ਮੰਗ ਆਉਂਦਾ। ਗੱਲ ਸਾਰਾ ਉਹਦੇ ਪਿੱਛੇ ਦਾਰੋਮਦਾਰ ਇਹੋ ਹੀ ਆ, ਨਾ ਉੱਚੇ ਦਾ ਉਹ ਹੋ ਚੁੱਕਾ ਆ, ਤਾਂ ਪੈਸਾ ਕਮਾਉਣਾ, ਹੋਰ ਕੁਛ ਨਹੀਂ ਮੇਰੇ ਹਿਸਾਬ ਨਾਲ। ਅਤੇ ਪਰ ਹੈ ਮਾੜਾ ਜੋ ਕਰ ਰਿਹਾ, ਮੈਂ ਫੇਰ ਬਾਰ-ਬਾਰ ਕਹਿਣਾ। ਅਤੇ ਜਿਹੜੇ ਉਹਦੇ ਅਰਗੇ ਹੋਰ ਵੀ ਬਣਨ ਦੀ ਕੋਸ਼ਿਸ਼ ਕਰਦੇ ਆ, ਉਹ ਵੀ ਆਪਣੇ ਪਾਸੇ ਨੂੰ ਫੂਕਰ ਪਾਉਣਾ ਛੱਡ ਕੇ ਵਧੀਆ ਰਾਹ 'ਤੇ ਆ ਜਾਣ, ਚੰਗੇ ਰਹਿਣਗੇ। ਬਹੁਤ ਮਿਹਰਬਾਨੀ ਸਰਜਿੰਦਰ ਸਿੰਘ ਦੂੜਾ ਜੀ ਅਤੇ ਸੋਤਾ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ। ਦੋਸਤੋ, ਅਸੀਂ ਇਸ ਮੁੱਦੇ ਦੇ ਉੱਤੇ ਗੱਲਬਾਤ ਕੀਤੀ। ਬੜਾ ਹੀ ਟੇਢਾ ਮਸਲਾ ਆਇਆ ਇਹ। ਕਦੇ ਕਦੇ ਇੱਦਾਂ ਲੱਗਦਾ ਵੀ ਮੀਡੀਆ ਵਾਲਿਆਂ ਨੂੰ, ਜਾਂ ਉਹ ਤਾਂ ਜੋ ਉਹਨੇ ਕਰਨਾ ਉਹ ਕਰ ਰਿਹਾ, ਪਰ ਮੀਡੀਆ ਵਾਲੇ ਬਿਨਾਂ ਗੱਲ ਤੋਂ ਹੀ ਉਹਦੀ ਚਰਚਾ ਕਰੀ ਜਾਂਦੇ ਵੀ ਉਹ ਸਿਆਸਤਦਾਨ ਆ, ਜਾਂ ਉਹ ਕੀ ਆ, ਜਾਂ ਉਹ ਕਿਉਂ ਲਿਖਦਾ, ਜਾਂ ਉਹ ਕੀ ਕਰਦਾ। ਪਰ ਮਸਲਾ ਇਹ ਆ, ਇੱਕ ਗੱਲ ਪੱਕੀ ਤੈਅ ਆ ਕਿ ਬੱਚਿਆਂ ਦੇ ਸਾਹਮਣੇ ਰੋਲ ਮਾਡਲ ਗਲਤ ਬਣ ਰਹੇ ਆ। ਇਹ ਬਿਲਕੁਲ ਗਲਤ ਆ, ਇਹ ਨਹੀਂ ਬਣਨੇ ਚਾਹੀਦੇ। ਗੀਤਾਂ ਦਾ ਹਰ ਹਾਲਤ ਦੇ ਵਿੱਚ ਲੋਕਾਂ ਦੇ ਉੱਤੇ ਅਸਰ ਹੁੰਦਾ। ਇਹ ਵੀ ਨਹੀਂ ਹੈ ਕਿ ਸਾਰੇ ਗੀਤ ਜਿਹੜੇ ਧਾਰਮਿਕ ਹੋ ਜਾਣੇ ਆ, ਜਾਂ ਸਾਰੇ ਗੀਤ ਦੇਸ਼ ਭਗਤੀ ਦੇ ਗਾਉਣ ਲੱਗ ਜਾਣ ਤਾਂ ਹੁੰਦਾ। ਇਹ ਰੋਮਾਂਸ ਦਾ, ਇਹ ਸਾਰੇ ਕੁਛ ਦਾ ਆਪਣਾ ਥਾਂ ਆ, ਪਰ ਇੱਕ ਹੱਦ ਤੱਕ। ਇਹ ਨਹੀਂ ਕਿ ਇਹਨੂੰ
ਇਸ ਹੱਦ ਤੱਕ ਉਹਨੂੰ ਗਲੈਮਰਾਈਜ਼ ਕਰ ਦਿੱਤਾ। ਦੂਜੀ ਗੱਲ, ਇਹ ਸਾਰੇ ਦਾ ਸਾਰਾ ਕੰਜ਼ਿਊਮਰ ਕਲਚਰ ਆ, ਦੁਨੀਆ ਇੱਕ ਮੰਡੀ ਆ, ਮੰਡੀ ਦੇ ਵਿੱਚ ਜਿਹੜਾ ਵਿਕੂਗਾ, ਮਸਲਾ ਸਿਰਫ ਵਿਕਣ ਦਾ ਆ। ਫੇਸਬੁੱਕ ਦੇ ਥੱਲੇ ਕਿਸੇ ਨੇ ਕਮੈਂਟ ਕੀਤਾ ਵੀ ਉਹਦੇ ਵਿੱਚ ਕੋਈ ਰਿਦਮ ਨਹੀਂ ਆ, ਉਹ ਕਪਾਹ 'ਚ ਗਧਾ ਛੱਡਿਆ ਆ, ਉਹ ਜਿੱਦਾਂ ਮਰਜ਼ੀ ਗਾ ਦਿੰਦਾ। ਇਹ ਉਹਦਾ ਇੱਕ ਸਟਾਈਲ ਆ, ਉਹ ਇਹਨੂੰ ਸਟਾਈਲ ਦੱਸਦਾ ਵੀ ਮੈਂ ਫੇਸਬੁੱਕ ਦੇ ਉੱਤੇ ਜਾਂ YouTube ਦੇ ਕਮੈਂਟ ਪੜ੍ਹ ਕੇ ਵੀ ਗੀਤ ਬਣਾ ਦਿੰਦਾ। ਇਹਨੂੰ ਉਹ ਸਟਾਈਲ ਦੱਸਦਾ, ਜਿਹੜਾ ਸਟਾਈਲ ਫਿਲਹਾਲ ਵਿਕ ਰਿਹਾ। ਇਹ ਕਿੰਨਾ ਕੁ ਚੰਗਾ ਸੀ, ਕਿੰਨਾ ਕੁ ਮਾੜਾ ਸੀ, ਲੰਬੇ ਸਮੇਂ ਦੇ ਵਿੱਚ ਬਾਅਦ ਦੇ ਵਿੱਚ ਸਮਾਂ ਇਸ ਗੱਲ ਦਾ ਫੈਸਲਾ ਆਪਣੇ ਆਪ ਕਰੇਗਾ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ, ਕੁਝ ਨਵੀਆਂ ਸ਼ਖਸੀਅਤਾਂ ਦੇ ਨਾਲ। ਅਲਵਿਦਾ ਦੋਸਤੋ।